डंडौत बंदन अनकबार सर्व कला समरत डोलन ते राखो प्रभु नानक देकर हद। गुरु प्यारी साध संगत जी, वाहिगुरु जी का खालसा वाहिगुरु जी की फतेह। गुरु प्यारे होशियार होशियार खबरदार खबरदार। 47 और 84 के बाद एक और हादसे के लिए हो जाओ तैयार। होशियार होशियार खबरदार खबरदार। बहरूपिया था दुश्मन आकार नहीं था, कूटनीति का उसकी हमें सार नहीं था। झुंड में था वो अकेला किरदार नहीं था, डरपोक था वो दिलदार नहीं था। कभी कांग्रेस बीजेपी जनता पार्टी में घुसता, कभी महंतों डेरों के बाबाओं का रूप धार रहा था। जला रहा था, काट रहा था, मार रहा था सिक्की को, पर हाथ में उसके कोई हथियार नहीं था। बहुत खोजा ढूंढा इधर उधर, बड़ी मुश्किल से हाथ में आया भगौड़ा है। ये पंथ खालसे का कातिल श्रोमणी अकाली दल खोता है, जिसने शेर की खाल को अपने ऊपर ओढ़ा है, जिसने पंथ खालसे की खाल को अपने ऊपर ओढ़ा है। गुरु प्यारी साध संगत जी, मेरा नाम सेवादार जसपाल सिंह, फोन नंबर 9268145707 है। ਜੇਕਰ ਚੇਤਾਵਨੀ ਪੜ੍ਹਦੇ ਹੋਏ ਕਿਸੇ ਅੱਖਰ ਦਾ ਸਹੀ ਉਚਾਰਨ ਨਾ ਹੋ ਪਾਇਆ ਹੋਵੇ ਤਾਂ ਮੈਂ ਖਮਾ ਦਾ ਜਾਚਕ ਹਾਂ ਜੀ। ਪੜ੍ਹਨ ਲਈ ਸਕਰੀਨ ਦਾ ਸਹਾਰਾ ਲਵੋ ਜੀ। ਸ਼੍ਰੋਮਣੀ ਅਕਾਲੀ ਦਲ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਿਆਂ 'ਚੋਂ ਉਜਾੜੇ ਜਾਣ ਦੀ ਸਾਜ਼ਿਸ਼ ਰਚੇ ਜਾਣ ਦੇ ਲਗਾਏ ਗਏ ਗੰਭੀਰ ਆਰੋਪਾਂ ਦੇ ਬਾਵਜੂਦ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲਲਕਾਰਨੇ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦਾ ਸਪਸ਼ਟੀਕਰਨ ਨਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਖੌਤੀ ਅਕਾਲੀ ਖੋਤਿਆਂ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਉਹ ਗੁਰੂ ਦੇ ਭੈਣ ਤੋਂ ਮੁਕਤ ਹਨ ਤੇ ਅਕਾਲ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਮਦਮੀ ਟਕਸਾਲ ਨੂੰ ਜਿਵੇਂ ਇਹਨਾਂ ਨੇ ਆਪਣੇ ਪੈਰਾਂ ਦੀ ਖੁਰਾਂ ਵਿੱਚ ਨਾਲ ਬਣਾ ਕੇ ਠੋਕ ਲਿਆ ਹੈ, ਤਿਵੇਂ ਹੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤੇ ਗੱਦੀ ਲਾ ਕੇ ਗੁਰੂ ਸਾਹਿਬ ਨੂੰ ਵੀ ਆਪਣੇ ਪੈਰਾਂ ਦੀ ਖੁਰ ਵਿੱਚ ਨਾਲ ਬਣਾ ਕੇ ਠੋਕਣ ਤੋਂ ਕੇਵਲ ਇੱਕ ਕਦਮ ਹੀ ਪਿੱਛੇ ਰਹਿ ਗਏ ਹਨ। ਜੇਕਰ ਕੋਈ ਪੰਥ ਖਾਲਸੇ ਨੂੰ ਮੇਰੇ ਵੱਲੋਂ ਜਾਰੀ ਕੀਤੀ ਜਾ ਰਹੀ ਇਸ ਚੇਤਾਵਨੀ ਦੇ ਦਾਅਵੇ ਦੇ ਇੱਕ ਵੀ ਅੱਖਰ ਨੂੰ ਝੁਠਲਾ ਕੇ ਦਿਖਾ ਦੇਵੇ ਤਾਂ ਮੈਂ ਉਸ ਨੂੰ ਜੁਰਮਾਨੇ ਵਜੋਂ ਸੋਨੇ ਵਿੱਚ ਮੜਾਂਗਾ ਤੇ ਖੁਦ ਨੂੰ ਪੰਥ ਖਾਲਸੇ ਦਾ ਦੁਖੀ ਜਾਣ ਕੇ ਪੰਥ ਖਾਲਸੇ ਵੱਲੋਂ ਦਿੱਤੀ ਕਿਸੇ ਵੀ ਸਜ਼ਾ ਨੂੰ ਭੁਗਤਣ ਲਈ ਤਿਆਰ ਹੋਵਾਂਗਾ। ਨਹੀਂ ਤਾਂ ਪੰਥ ਖਾਲਸੇ ਨੂੰ ਸੌੜੀ ਰਾਜਨੀਤੀ ਦੇ ਦਲਦਲ ਵਿੱਚ ਧੱਕ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਿੱਕ ਤੇ ਚੜ ਕੇ ਦਾਲ ਦਲਣ ਵਾਲੇ ਸੱਜਣ ਠੱਗ ਦੇ ਵਾਰਿਸ ਦੋਗਲੇ ਦੱਲੇ ਦਲ, ਜਿਨ੍ਹਾਂ ਦਾ ਪੰਥ ਖਾਲਸੇ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਵੇ ਜਾਂ ਬਾਦਲਾਂ ਦੇ ਦਲ ਚੋਂ ਨਿਕਲੀ ਜਾਗੋ ਪਾਰਟੀ ਦੀ ਖੱਲ ਪਾ ਕੇ ਨਿਕਲਿਆ ਮਨਜੀਤ ਸਿੰਘ ਜੀਕੇ ਹੋਵੇ, ਸਿਰਸਾ ਹੋਵੇ, ਸਿੱਖ ਸਦਭਾਵਨਾ ਦਲ ਹੋਵੇ ਜਾਂ ਪੰਥਕ ਸੇਵਾ ਦਲ ਆਦਿ ਕੋਈ ਵੀ ਹੋਵੇ। ਇਹ ਸਾਰੇ ਦਲ ਭੰਜਨ ਗੁਰਸੂਰਮਾ ਦੇ ਗ੍ਰੰਥ ਤੇ ਪੰਥ ਨੂੰ ਚਿੰਬੜੇ ਕੋੜੀ ਦਲਿਦਰੀ ਦੱਲੇ ਦਲ ਹਨ, ਜਿਨ੍ਹਾਂ ਨੇ ਥਾਂ ਥਾਂ ਤੇ ਪੰਥ ਖਾਲਸੇ ਦੇ ਬਣਦੇ ਹੱਕ ਮਾਰ ਕੇ, ਪੰਥ ਪਾੜ ਕੇ ਤੇ ਭ੍ਰਿਸ਼ਟਾਚਾਰ ਦਾ ਗੰਦ ਖਿਲਾਰ ਕੇ ਗੁਰੂ ਨਾਨਕ ਦੀ ਖਿਲੀ ਸਿੱਖ ਫੁਲਵਾੜੀ ਨੂੰ ਉਜਾੜ ਕੇ ਉਸਦਾ ਸਤਿਆਨਾਸ਼ ਕਰ ਛੱਡਿਆ ਹੈ ਤੇ ਰਹਿੰਦੀ ਖੁੰਦੀ ਕਸਰ ਸ਼੍ਰੋਮਣੀ ਅਕਾਲੀ ਦਲ ਅੰਦਰ ਖਾਤੇ ਪੰਥ ਖਾਲਸੇ ਦੀਆਂ ਜੜ੍ਹਾਂ ਵੱਢ ਕੇ ਉਸ ਨੂੰ ਆਪਣੇ ਵਿੱਚ ਜਜ਼ਬ ਕਰਕੇ ਪੂਰੀ ਕਰ ਰਿਹਾ ਹੈ। ਸਾਧ ਸੰਗਤ ਜੀ, ਗੁਰਦੁਆਰਿਆਂ ਦੀ ਸੰਗਤ ਨੂੰ ਆਪਸ ਵਿੱਚ ਪਾੜ ਕੇ ਤੇ ਗੁਰੂ ਘਰ ਨੂੰ ਕੋਰਟ ਕਚਹਿਰੀਆਂ ਵਿੱਚ ਘਿਸਾੜ ਕੇ ਗੁਰੂ ਘਰ ਦੀ ਸ਼ਾਂਤੀ ਭੰਗ ਕਰਨ ਵਾਲੇ ਚੌਧਰ ਦੇ ਭੁੱਖੇ ਮਾਇਆਧਾਰੀ ਘੁਟਾਲੇਬਾਜ਼ ਤੇ ਗੁਰੂ ਘਰ ਵਿੱਚ ਡਾਕਾ ਮਾਰਨ ਆਈ ਇਹਨਾਂ ਧਾੜਵੀਆਂ ਦੇ ਟੋਲੇ ਸ਼੍ਰੋਮਣੀ ਅਕਾਲੀ ਦਲ ਤੇ ਇਸ ਤੋਂ ਨਿਕਲੇ ਟਿੱਡੀ ਦਲ ਨੂੰ ਵੋਟਾਂ ਨਾ ਪਾਇਓ ਜੀ। ਇਹਨਾਂ ਦੇ ਪਛਾਵੇਂ ਤੋਂ ਵੀ ਦੂਰ ਰਹੋ। ਇਹ ਸਾਰੇ ਸਿੱਧੇ ਅਸਿੱਧੇ ਤੌਰ ਤੇ ਬਾਦਲ ਟੋਲੇ ਦੀ ਹੀ ਪੈਦਾਇਸ਼ ਹਨ ਤੇ ਇਹਨਾਂ ਕੋਲ ਸਾਧ ਸੰਗਤ ਦੀ ਸੇਵਾ ਕਰਨ ਦਾ ਕੋਈ ਠੋਸ ਮੈਨੀਫੈਸਟੋ ਨਹੀਂ, ਸਿਵਾਏ ਪੰਥ ਤੇ ਗ੍ਰੰਥ ਨੂੰ ਲੁੱਟ ਪੱਟ ਕੇ ਆਪਣੇ ਘਰ ਭਰਨ ਦੇ। ਤਾਂ ਤੇ ਮੈਂ ਗੁਰੂ ਕਾ ਕੁੱਕਰ ਹੋਣ ਨਾਤੇ ਸਿੱਖ ਸਾਧ ਸੰਗਤ ਨੂੰ ਹਿਦਾਇਤ ਕਰਦਾ ਹਾਂ ਕਿ ਜੇਕਰ ਉਪਰੋਕਤ ਵੀਡੀਓ ਜਾਰੀ ਕਰਨ ਦੇ ਬਾਵਜੂਦ ਵੀ ਵੋਟਾਂ ਇਹਨਾਂ ਨੂੰ ਪਾਈਆਂ ਗਈਆਂ ਤਾਂ ਪੰਥ ਖਾਲਸੇ ਨੂੰ ਮਿੱਟੀ ਵਿੱਚ ਮਿਲਾਉਣ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਫਲ ਕਰਨ ਦੀ ਸਾਜ਼ਿਸ਼ ਵਿੱਚ ਦਿੱਲੀ ਦੀ ਸਾਧ ਸੰਗਤ ਦੀ ਵੀ ਬਰਾਬਰ ਦੀ ਹਿੱਸੇਦਾਰੀ ਮੰਨੀ ਜਾਵੇਗੀ। ਵਕਤ ਦੀ ਨਜ਼ਾਕਤ ਜਾਣ ਕੇ ਸੁਧਾਰ ਲਈ ਸਿਰਫ ਇੱਕ ਮੌਕਾ ਜਾਂ ਦਲ ਰਹਿਤ ਚੋਣਾਂ ਲੜਨ ਵਾਲੇ ਕਿਸੇ ਵੀ ਸਿੱਖ ਆਜ਼ਾਦ ਉਮੀਦਵਾਰ ਨੂੰ ਉਸਦੇ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਵੋਟ ਪਾ ਕੇ ਦੇਵੋ ਜੀ। 12 ਜੂਨ 2021 ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਚਮ ਪਾਤਸ਼ਾਹ, ਨੌਵੀਂ ਪਾਤਸ਼ਾਹੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜਿਆ, ਪਰ ਕਿਸੇ ਵੀ ਜਾਗਦੀ ਜ਼ਮੀਰ ਵਾਲੇ ਸਿੱਖ ਨੇ ਇਹਨਾਂ ਅਖੌਤੀ ਅਕਾਲੀ ਖੋਤਿਆਂ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦੇ ਹਾਰ ਇਹਨਾਂ ਦੇ ਗਲ ਵਿੱਚ ਨਹੀਂ ਪਾਏ। ਪਰ ਗੁਰੂ ਕਿਰਪਾ ਨਾਲ ਇਸ ਦੇ ਪ੍ਰਤੀਕਰਮ ਵਜੋਂ ਮੈਂ ਇਹਨਾਂ ਨੂੰ 21 ਜੂਨ ਨੂੰ 100 ਘੰਟੇ ਵਿੱਚ ਪੰਥ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਸੁਚੇਤ ਹੋਣ ਦਾ ਅਲਟੀਮੇਟਮ ਦਿੱਤਾ ਸੀ, ਜਿਸ ਤੇ ਇਹ ਖਰੇ ਨਹੀਂ ਉਤਰੇ। ਤਾਂ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਬਨਾਮ ਸ਼੍ਰੋਮਣੀ ਅਕਾਲੀ ਦਲ ਬਾਦਲ ਬਨਾਮ ਸ਼੍ਰੋਮਣੀ ਅਖੌਤੀ ਦਲ ਬਦਲੂ ਨੂੰ ਖੋਤਾ ਸਾਬਿਤ ਕਰਕੇ ਪੰਥਕ ਖੇਤ ਚੋਂ ਖਦੇੜਨ ਦੀ ਆਪਣੀ ਦਿੱਤੀ ਚੁਣੌਤੀ ਨੂੰ ਗੁਰੂ ਕਿਰਪਾ ਨਾਲ ਪੂਰੀ ਕਰ ਰਿਹਾ ਹਾਂ ਜੀ। ਸਾਧ ਸੰਗਤ ਜੀ, ਹਜੇ ਨਹੀਂ ਤਾਂ ਕਦੇ ਨਹੀਂ। ਗੁਰੂ ਸਾਹਿਬਾਨਾਂ ਪ੍ਰਤੀ ਆਪਣਾ ਇਸ ਇਤਿਹਾਸਿਕ ਵੀਡੀਓ ਨੂੰ ਆਪਣੇ ਰਿਸ਼ਤੇਦਾਰ, ਮਿੱਤਰ, ਪਿਆਰੇ, ਆਸ ਪੜੋਸ, ਦੇਸ਼ ਵਿਦੇਸ਼ ਵਿੱਚ ਵਸਦੇ ਹਰ ਸਿੱਖ ਦੇ ਮੋਬਾਈਲ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜੀ ਤੇ ਆਪਣੇ ਪਰਿਵਾਰ ਨਾਲ ਬੈਠ ਕੇ ਬਾਰ-ਬਾਰ ਸੁਣੋ ਜੀ ਤੇ ਨਿਰਣਾ ਕਰੋ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਪਹਿਲਾਂ ਇਹ ਵੀਡੀਓ ਦੇਖੋ ਕਿਸ ਤਰ੍ਹਾਂ ਧਰਮ ਦੇ ਨਾਮ ਤੇ ਹਿੰਦੁਸਤਾਨ ਵਿੱਚ ਲੱਖਾਂ ਹੀ ਸਿੱਖਾਂ ਦਾ ਰਾਜਨੀਤਿਕ ਕਤਲੇਆਮ ਕਰਾਉਣ ਵਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼ਰੀਕ, ਗੋਲਕ ਚੋਰ, ਗੁਸਤਾਖ, ਸ਼੍ਰੋਮਣੀ ਅਕਾਲੀ ਦਲ ਖੋਤਾ
ਜਿਸ ਨੇ ਆਪਣਾ ਨਾਮ ਗੁਰੂ ਸਾਹਿਬਾਨਾਂ ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾਲ ਜੋੜ ਕੇ ਖੁਦ ਨੂੰ ਸ਼ਹੀਦਾਂ ਦੀ ਜਥੇਬੰਦੀ ਹੋਣ ਦਾ ਐਲਾਨ ਕੀਤਾ ਹੈ ਜੀ। संगत जी, मैं समझना वो कभी थंबन ते नहीं आंदा। कभी शहादत का सिलसिला शुरू होया पंचम पातशाह तां असीं शहीदां दे सरताज आखदे आ। सरताज तो जदों शुरुआत हुई शहादत, कभी नौवें गुरु की शहादत, कभी छोटे साहिबजादे की शहादत, कभी वड्डे साहिबजादे की शहादत, कभी कोई घल्लूकारा, कभी कोई घल्लूकारा, कभी 84 का घल्लूकारा, कभी ब्लू स्टार का। उस तरीके नाल आज का पावन जो एक घल्लूकारे चलते हैं इसी शहादत के नाल आज का दिन सी जो 12 जून नूं 1960 नूं पंजाबी सूबे वास्ते बड़ी वड्डी गिनती के अंदर अकाली दल ने श्रोमणी अकाली दल जो कि शहीदां दी जथेबंदी है जिसने कि बहुत वड्डा इकट्ठ जो पंजाबी सूबे स्टेटां बनानी शुरू की सरकार ने, लेकिन उन्होंने पंजाबी सूबे के कित्थे भी ना नहीं पाया। उस सूबे के वास्ते सरकार के उत्ते प्रभाव बनाने वास्ते श्रोमणी अकाली दल अज भले जिन्नी मर्जी दुकानां खुल गई हैं, इत्थे श्रोमणी अकाली दल जो शहीदां दी जथेबंदी और शहीदां दी जथेबंदी है उहदे कीते काम, उहदे कीते हुए कारज अज भी इतिहास विच लिखे हुए हैं। हेलो हेलो, हाँ जी, वाहिगुरू जी खालसा वाहिगुरू जी फतेह। गोल्डी वीर जी बोल रहे हैं जी? हाँ जी बोलो जी। हाँ जी वीर जी, मैं जसपाल सिंह बोल रहे हैं जी। बोलो इस जी बोलो। ਅੱਛਾ, ਉਹ ਵੀਰ ਜੀ ਅੱਜ ਤੁਹਾਡੀ ਨਾ ਸਪੀਚ ਦੇਖੀ ਸੀ ਮੈਂ ਉਹ ਤੇ ਟੀਵੀ ਤੇ। ਅੱਛਾ ਜੀ। ਤੇ ਵੀਰ ਜੀ ਕੁਝ ਪੁੱਛਣਾ ਸੀ, ਜਰਾ ਦੱਸੋਗੇ ਤੁਸੀਂ ਜਰਾ? ਦੱਸੋ ਜੀ। ਇਹ ਮਤਲਬ ਤੁਸੀਂ ਕਹਿ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਬੜੀਆਂ ਦੁਕਾਨਾਂ ਖੁੱਲ ਗਈਆਂ ਹੈਗੀਆਂ, ਮਤਲਬ ਇਹਦਾ ਕੀ ਮੀਨਿੰਗ ਹੈ, ਇਸ ਦਾ ਕੀ ਮੀਨਿੰਗ ਹੈ ਇਸ ਗੱਲ ਦਾ? ਸਰ ਮੀਨਿੰਗ ਇਹ ਦੇਖੋ ਤੁਹਾਨੂੰ ਕਿਉਂ ਦੱਸ ਦੇਣਾ। ਠੀਕ ਹੋ ਗਿਆ, ਕਲੀਅਰ ਹੋ ਗਿਆ ਨਾ। श्रोमणी अकाली दल ਅੰਮ੍ਰਿਤਸਰ, श्रोमणी अकाली दल 1960 श्रोमणी अकाली दल श्रोमणी अकाली दल दिल्ली कितने बन गए? हाँ जी, हाँ जी। श्रोमणी अकाली दल 6 दाम तो महंगे आ रहे ना। हाँ जी, केड़े? श्रोमणी अकाली दल 1960। हाँ जी। श्रोमणी अकाली दल अंमृतसर, श्रोमणी अकाली दल दिल्ली। हाँ जी। सारिया दुकाना ही नहीं की गए ने, मुद्दे की गल तो कोई नहीं कर रहा। जो श्रोमणी अकाली दल अंमृतसर है मान साहब है ने, फिर इशू की गल कि करते हैं खड़गों वाली गल करते कि गल की दसो मैनू। ਤੇ ਇੱਕ ਗੱਲ ਦੱਸੋ, ਮਤਲਬ ਕਿ ਚਲੋ ਇਹ ਦੁਕਾਨਾਂ ਹੈਗੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਤੁਸੀਂ ਉਹ ਦੁਕਾਨਾਂ ਚ ਕਾਊਂਟ ਨਹੀਂ ਕਰਦੇ? ਯਾਰ ਉਹ ਤੁਸੀਂ ਬਹਿਸ ਵਾਲੀ ਗੱਲ ਕਰੀ ਜੋ ਮਰਜ਼ੀ ਕਹਿ ਲਓ। ਪੁੱਛ ਰਹੇ ਆ ਵੀਰ ਜੀ, ਬਹਿਸ ਤਾਂ ਕਰੇ। ਸ਼੍ਰੋਮਣੀ ਅਕਾਲੀ ਦਲ ਅੱਜ ਭਲੇ ਅੱਜ ਬਾਦਲ ਸਟੇਜ ਤੇ ਬੈਠਾ, ਪਹਿਲੇ ਕਿਤੇ ਇਸ ਤੋਂ ਪਹਿਲੇ ਬਾਦਲ ਤੇ ਨਹੀਂ ਸੀ, ਇਸ ਤੋਂ ਪਹਿਲੇ ਕੌਣ ਹੈਗਾ ਸੀ ਯਾਦ ਹੋਣਾ ਫਿਰ? ਹਾਂਜੀ। ਜੇ ਤੁਹਾਨੂੰ ਇੰਨਾ ਬੜਾ ਇਤਿਹਾਸ ਵਿੱਚ ਤੁਸੀਂ ਵੀ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਅੱਜ ਬਾਦਲ ਸਾਹਿਬ ਚਲਾ ਰਹੇ ਨੇ, ਜਿਹਦੇ ਪ੍ਰਧਾਨ ਨੇ, ਇਸ ਤੋਂ ਪਹਿਲੇ ਕੌਣ ਸੀ? ਮਾਸਟਰ ਤਾਰਾ ਸਿੰਘ। ਹਾਂਜੀ, ਮਾਸਟਰ ਤਾਰਾ ਸਿੰਘ ਦਾ ਪ੍ਰਧਾਨ। ਵੀਰ ਜੀ ਤੁਸੀਂ ਇੱਕ ਵੀਰ ਜੀ ਤੁਸੀਂ ਵੀਰ ਜੀ ਉਹਦੇ ਕੀ ਕਹਿੰਦੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਵੀ ਹੈਗੇ ਹੋ ਨਾ, ਮਤਲਬ ਚੇਅਰਮੈਨ ਹੋ ਨਾ? ਹਾਂ ਫਿਰ। ਅੱਛਾ ਅੱਛਾ ਵੀਰ ਜੀ, ਇੱਦਾਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਪਹਿਲਾਂ ਤਾਰਾ ਸਿੰਘ ਜੀ ਚਲਾ ਰਹੀ ਸੀ, ਹੈ ਨਾ ਜੀ? ਹਾਂਜੀ, ਮਾਸਟਰ ਤਾਰਾ ਸਿੰਘ ਜੀ, ਤਾਰਾ ਸਿੰਘ। ਹਾਂਜੀ, ਮਾਸਟਰ ਤਾਰਾ ਸਿੰਘ। ਮਾਸਟਰ ਤਾਰਾ ਸਿੰਘ ਚਲਾ ਰਹੇ ਸੀ ਜੀ, ਬਿਲਕੁਲ ਸਹੀ ਗੱਲ ਹੈ। ਭਾਈ ਸਾਹਿਬ ਜੀ, ਇਹ ਮਾਸਟਰ ਤਾਰਾ ਸਿੰਘ ਕਦ ਚਲਾ ਰਹੇ ਸੀ, ਕੁਛ ਆਈਡੀਆ ਹੈਗਾ ਤੁਹਾਨੂੰ? ਤੇ ਭਾਈ ਸਾਹਿਬ ਜੀ ਮੈਂ ਦੱਸ ਦਿੰਦਾ ਤੁਹਾਨੂੰ, ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਸੀ, ਉਹ ਤੋਂ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਸੀ, ਉਹ ਤੋਂ ਪਹਿਲਾਂ ਹਰਚੰਦ ਸਿੰਘ ਲੌਂਗੋਵਾਲ ਸੀ, ਉਹ ਤੋਂ ਪਹਿਲਾਂ ਜਗਦੇਵ ਸਿੰਘ ਤਲਵੰਡੀ ਸੀ, ਉਹ ਤੋਂ ਮੋਹਨ ਸਿੰਘ ਤੂਰ ਸੀ, ਉਹ ਤੋਂ ਪਹਿਲਾਂ ਭੁਪਿੰਦਰ ਸਿੰਘ ਸੀ, ਉਹ ਤੋਂ ਬਾਅਦ ਅਛਰ ਸਿੰਘ ਸੀ, ਫਿਰ ਫਤਿਹ ਸਿੰਘ ਸੀ। ਭਾਈ ਸਾਹਿਬ ਜੀ, ਮਾਸਟਰ ਤਾਰਾ ਸਿੰਘ ਨਾ ਪਿਛਲੀ ਸਦੀ ਦੇ ਵਿੱਚ ਹੈਗਾ ਸੀ। ਇਹ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣੇ ਜੁਮਾ 4 ਦਿਨ ਹੋਏ ਇਹਨੂੰ ਤਾਂ ਬਣੇ ਨੂੰ, ਮਤਲਬ ਇਹ ਤੋਂ ਪਹਿਲਾਂ ਮਾਨ ਸੀ ਇਹਦਾ ਪ੍ਰਧਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ। ਚਲੋ ਛੱਡੋ ਉਹ ਗੱਲ, ਛੋੜੋ ਤੁਸੀਂ। ਇੱਕ ਇਹ ਦੁਕਾਨ ਦੇ ਉੱਤੇ ਹੀ ਰਹਿੰਦੇ ਅਸੀਂ, ਮਤਲਬ ਕਿ ਜਿਹੜੀ ਇਹ ਦੁਕਾਨਾਂ ਬਣਨੀਆਂ ਕਿੱਥੋਂ ਸ਼ੁਰੂ ਹੋਈਆਂ ਇਹ ਦੱਸੋ ਜਰਾ। ਇਸ ਤੋਂ ਪਹਿਲਾਂ ਘੱਟੋ ਘੱਟ ਨਹੀਂ ਤਾਂ ਇਹ ਇਸਦੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਘੱਟੋ ਘੱਟ ਨਹੀਂ ਤਾਂ 15 ਬੰਦੇ ਆਏ ਆ। ਉਹਨਾਂ ਨੇ ਕਿਸੇ ਨੇ ਉਹਨਾਂ ਨੇ ਆਪਣੀ ਕਾਸਟ ਤੋਂ ਜਾਂ ਆਪਣੇ ਪਿੰਡ ਤੋਂ ਕਿਸੇ ਤੋਂ ਵੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਹੀਂ ਵਿਗਾੜਿਆ। ਇਹ ਬਣਿਆ ਸ਼੍ਰੋਮਣੀ ਅਕਾਲੀ ਦਲ ਬਾਦਲ। ਮਤਲਬ ਇਹ ਜਿਹੜੀ ਦੁਕਾਨਦਾਰੀ ਸ਼ੁਰੂ ਹੋਈ ਹੈ ਕਿਤੋਂ ਸ਼ੁਰੂ ਹੋਈ ਹੈ, ਮਤਲਬ ਕਿ ਤੁਸੀਂ ਇਸਨੂੰ ਕਿਸ ਦਾ ਨਿਚੋੜ ਕੀ ਮੰਨਦੇ ਹੋ, ਇਹਦੀ ਜੜ ਕੀ ਮੰਨਦੇ ਹੋ? ਨਹੀਂ ਹੁਣ ਜੀ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਦਿੱਲੀ ਆ ਗਿਆ, ਜੇ ਤੁਹਾਡੇ ਸਾਹਮਣੇ ਨਹੀਂ ਉਹ ਜਿੰਨੇ ਬਣ ਗਏ ਨੇ ਕੀ ਮਤਲਬ ਉਹਨਾਂ ਦੀ ਉੱਥੋਂ ਸ਼ੁਰੂ ਹੋਏ ਨੇ ਵੀ? ਭਾਈ ਸਾਹਿਬ ਜੀ, ਮੈਂ ਤਾਂ ਸਵਾਲ, ਤੁਸੀਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਹੈਗੇ, ਮੈਂ ਤੁਹਾਨੂੰ ਪੁੱਛ ਰਿਹਾ ਕਿ ਇਹਦੀ ਜੜ ਕਿੱਥੋਂ ਸ਼ੁਰੂ, ਇਹ ਦੁਕਾਨਦਾਰੀ ਦੀ ਜੜ ਕਿੱਥੋਂ ਸ਼ੁਰੂ ਹੋਈ ਹੈ? ਜੜਾਂ ਦੇ ਬਾਰੇ ਤੁਹਾਨੂੰ ਜਾਣਨਾ ਹੈ ਜੀ। ਭੱਜ ਗਿਆ। ਗੁਰੂ ਪਿਆਰੀ ਸਾਧ ਸੰਗਤ ਜੀ,
ਜਿਨ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਫਲ ਕਰਨ ਲਈ ਮੁਗਲਾਂ ਜਰਵਾਣਿਆਂ ਨੇ ਪਿਛਲੇ 450 ਸਾਲਾਂ ਵਿੱਚ ਸਿੱਖਾਂ ਦਾ ਸਰਕਾਰੀ ਕਤਲੇਆਮ ਕਰਿਆ, ਉਸ ਤੋਂ ਦੁੱਗਣਾ ਸਿੱਖਾਂ ਦਾ ਸਰਕਾਰੀ ਕਤਲੇਆਮ ਸ਼੍ਰੋਮਣੀ ਅਕਾਲੀ ਦਲ ਬਨਾਮ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਫਲ ਕਰਨ ਲਈ ਮੁੱਢਲੇ 100 ਸਾਲਾਂ ਵਿੱਚ ਕਰਵਾ ਦਿੱਤਾ ਹੈ। ਇਹ ਮੈਂ ਨਹੀਂ, ਇਤਿਹਾਸ ਕਹਿ ਰਿਹਾ ਹੈ। ਪਰ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਇਹ ਗੱਲ ਭੁੱਲ ਗਿਆ ਹੈ ਕਿ ਜਿਸਨੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਫਲ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੇ ਪਿੱਛੇ ਉਸਦੇ ਨਾਮ ਦਾ ਕੋਈ ਦੀਵਾ ਜਗਾਉਣ ਵਾਲਾ ਵੀ ਨਾ ਬਚਿਆ। ਫਿਰ ਚਾਹੇ ਉਹ ਮੁਗਲ ਹੁਕਮਰਾਨ ਔਰੰਗਜ਼ੇਬ ਹੋਵੇ, ਅੰਗਰੇਜ਼ ਹੁਕਮਰਾਨ ਮਾਊਂਟ ਬੈਟਨ ਹੋਵੇ, ਸਿੱਖ ਮਿਸਲਾ ਹੋਣ ਜਾਂ ਮਹਾਰਾਜਾ ਰਣਜੀਤ ਸਿੰਘ ਹੋਵੇ, ਉਸਦੇ ਕੁਲ ਦਾ ਵਿਨਾਸ਼ ਹੋਇਆ। ਇਸ ਗੱਲ ਦਾ ਇਕਰਾਰ ਸਵੈਂ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹਾਦਤ ਵੇਲੇ ਕਾਜੀ ਸਾਹਮਣੇ ਕੀਤਾ ਸੀ ਕਿ ਉਸਨੂੰ ਮਿਲਿਆ ਮ੍ਰਿਤੂ ਦੰਡ ਨਿਆਏ ਸੰਗਤ ਹੈ, ਕਿਉਂਕਿ ਉਸਨੇ ਆਪਣੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਫਲ ਕੀਤਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੀ ਉਸੇ ਵਿਨਾਸ਼ ਦੇ ਰਾਹ ਤੇ ਚੱਲ ਰਿਹਾ ਹੈ। ਸਾਧ ਸੰਗਤ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਸਿੱਖਾਂ ਨੂੰ ਸੰਵਾਦੀ, ਸੁਧਾਰਵਾਦੀ, ਉਦਾਰਵਾਦੀ ਬਣਾਇਆ ਸੀ, ਪਰ ਇਹ ਵਿਵਾਦੀ, ਵੱਖਵਾਦੀ, ਜੱਟਵਾਦੀ, ਅੱਤਵਾਦੀ ਕਿੱਦਾਂ ਬਣ ਗਏ? ਦਸਮ ਪਿਤਾ ਨੇ ਤਾਂ ਆਪਣੇ ਹੱਥੀਂ ਸਿੱਖ ਸਮਾਜ ਦੀ ਰੱਖਿਆ ਲਈ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਰੱਖਣ ਵਾਲੇ ਜੁਝਾਰੂ ਸਿੰਘਾਂ ਦੀ ਟਕਸਾਲ ਬਣਾਉਣ ਦਾ ਜਿੰਮਾ ਨਿਹੰਗ ਸਿੰਘਾਂ ਤੇ ਦਮਦਮੀ ਟਕਸਾਲ ਨੂੰ ਸੌਂਪਿਆ ਸੀ, ਤੇ ਫਿਰ ਇਹ ਇਕੱਤੀ ਅਕਾਲੀ ਖੋਤਿਆਂ ਦਾ ਟੋਲਾ ਸ਼੍ਰੋਮਣੀ ਅਕਾਲੀ ਦਲ ਬਨਾਮ ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਖਾਂ ਦਾ ਸਰਪ੍ਰਸਤ ਲੀਡਰ ਕਿੱਥੋਂ ਬਣ ਗਿਆ? ਅਜਿਹਾ ਕੀ ਲੋੜਾ ਆ ਗਿਆ ਕਿ 100 ਸਾਲ ਪਹਿਲਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਬਾਹਰ ਚੌਕੀਦਾਰ ਬਣਿਆ ਖੜਿਆ ਸੀ, ਅੱਜ ਉਸ ਸ਼੍ਰੋਮਣੀ ਅਕਾਲੀ ਦਲ ਨੇ 100 ਸਾਲ ਬਾਅਦ ਕਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਦਫ਼ਤਰ ਬਾਹਰ ਮੰਗਤੀ ਬਣਾ ਕੇ ਖੜਾ ਕੀਤਾ ਹੋਇਆ ਹੈ। ਬੇਸ਼ੱਕ ਆਟੇ ਵਿੱਚ ਨੂਣ ਜਿੰਨੀ ਆਬਾਦੀ ਵਾਲੇ ਸਿੱਖ ਪੰਥ ਤੋਂ ਉਸ ਦਾ ਨਿਆਰਾਪਨ ਖੋਣ ਤੇ ਉਹਨਾਂ ਦੇ ਧਾਰਮਿਕ ਅਦਾਰਿਆਂ, ਗੁਰਦੁਆਰਿਆਂ ਤੇ ਮਾੜੀ ਨਜ਼ਰ ਰੱਖਣ ਵਾਲਿਆਂ ਤੋਂ ਉਤਰਾਇਆ ਖਾਲਸਾ ਪੰਥ ਅੱਜ ਤੱਕ ਆਪਣਾ ਰਾਜ ਕਾਇਮ ਨਹੀਂ ਕਰ ਪਾਇਆ, ਪਰ ਭਾਰਤੀ ਹੁਕਮਰਾਨਾਂ ਲਈ ਹਮੇਸ਼ਾ ਖਤਰੇ ਦੀ ਘੰਟੀ ਜ਼ਰੂਰ ਬਣਿਆ ਰਿਹਾ ਹੈ। ਇਸੇ ਕਰਕੇ ਸਿੱਖਾਂ ਵਿੱਚ ਫਿੱਟ ਪਾ ਕੇ ਸਿੱਖੀ ਅਤੇ ਸੱਤਾ ਦੋਹਾਂ ਤੇ ਕਾਬਜ਼ ਰਹਿਣ ਲਈ ਮੁਗਲ, ਅੰਗਰੇਜ਼ਾਂ ਤੇ ਹਿੰਦੁਸਤਾਨੀ ਸਰਕਾਰਾਂ ਨੇ ਜੁਝਾਰੂ ਸਿੰਘਾਂ ਵੱਲੋਂ ਖਾਲਸਾ ਪੰਥ ਦੇ ਪ੍ਰਗਤੀਸ਼ੀਲ ਸਿੱਖ ਸਮਾਜ ਦੀ ਸਿਰਜਣਾ ਲਈ ਚਲਾਈ ਜਾਣ ਵਾਲੀ ਕਿਸੇ ਵੀ ਪੰਥਕ ਮੁਹਿੰਮ ਨੂੰ ਆਪਣੇ ਮੁਕਾਮ ਤੋਂ ਪਹੁੰਚਣ ਤੋਂ ਪਹਿਲਾਂ ਹੀ ਉਸਦਾ ਭੱਠਾ ਬਿਠਾਉਣ ਲਈ ਉਸ ਵਿੱਚ ਚੌਧਰੀਆਂ, ਸ਼ਾਹੂਕਾਰਾਂ ਤੇ ਟੁੱਕੜਬੁੱਝ ਦੋਗਲੇ ਗੱਦਾਰ ਸਰਦਾਰਾਂ ਦੀ ਘੁਸਪੈਠ ਕਰਵਾ ਕੇ ਇਹਨਾਂ ਪੰਥਕ ਅੰਦੋਲਨਾਂ ਨੂੰ ਸਿਰੇ ਤੋਂ ਵਿਫਲ ਕੀਤਾ ਤੇ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਸਰਕਾਰੀ ਕਤਲੇਆਮ ਕਰਵਾਇਆ। ਪਿਛਲੇ 100 ਸਾਲਾਂ ਵਿੱਚ ਹਕੂਮਤਾਂ ਨਾਲ ਹੱਥ ਮਿਲਾ ਕੇ ਖਾਲਸਾ ਪੰਥ ਵਿੱਚ ਘੁਸਪੈਠ, ਮੁਖਬਰੀ, ਕਤਲੇਆਮ ਤੇ ਸਮਝੌਤਾ ਕਰਨ ਵਾਲੇ ਕੁਝ ਸ਼੍ਰੋਮਣੀ ਅਕਾਲੀ ਦਲ ਬਨਾਮ ਸ਼੍ਰੋਮਣੀ ਅਖੌਤੀ ਦਲ ਬਦਰੂ ਦੇ ਦੋਗਲੇ ਅਖੌਤੀ ਅਕਾਲੀ ਖੋਤੇ, ਜਿਨ੍ਹਾਂ ਦੇ ਨਾਮ ਤੇ ਸਰਕਾਰ ਨੇ ਡਾਕ ਟਿਕਟਾਂ ਤੱਕ ਛਾਪ ਦਿੱਤੀਆਂ ਹਨ, ਉਹਨਾਂ ਵਿੱਚੋਂ ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਸਰਦਾਰ ਪ੍ਰਤਾਪ ਸਿੰਘ ਕੈਰੋ, ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਜੈਲ ਸਿੰਘ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਆਦਿ ਪ੍ਰਮੁੱਖ ਹਨ ਤੇ ਭਵਿੱਖ ਵਿੱਚ ਵੀ 2-3 ਦੀਆਂ ਡਾਕ ਟਿਕਟਾਂ ਹਜੇ ਹੋਰ ਛਪਣੀਆਂ ਹਨ। ਫਿਰ ਚਾਹੇ ਉਹ ਗਦਰੀ ਲਹਿਰ ਹੋਵੇ, ਅਸਲੀ ਨਿਰੰਕਾਰੀ ਲਹਿਰ ਹੋਵੇ ਜਾਂ ਨਾਮਧਾਰੀ ਲਹਿਰ ਹੋਵੇ, ਸਿੰਘ ਸਭਾ ਲਹਿਰ ਹੋਵੇ ਜਾਂ ਗੁਰਦੁਆਰਾ ਸੁਧਾਰ ਲਹਿਰ ਹੋਵੇ, ਸਾਰੇ ਦੇ ਸਾਰੇ ਅੰਦੋਲਨ ਆਪਣੇ ਆਪਣੇ ਮੁਕਾਮਾਂ ਤੇ ਪਹੁੰਚ ਕੇ ਸਮੇਂ ਸਿਰ ਸਮਾਪਤ ਹੋ ਗਏ ਹਨ। ਬਸ ਕੇਵਲ ਇੱਕ ਪੰਥ ਖਾਲਸੇ ਨੂੰ ਪਿਛਲੇ 100 ਸਾਲ ਤੋਂ ਚਿੰਬੜੇ ਨਾਮੁਰਾਦ, ਮਨਹੂਸ, ਲਾਹਣਤੀ ਤੇ ਸਿੱਖਾਂ ਨੂੰ ਦਾੜੀ ਰੰਗਣ ਤੋਂ ਨਸੀਹਤਾਂ ਦੇਣ ਵਾਲੇ ਅਖੌਤੀ ਅਕਾਲੀ ਖੋਤਿਆਂ ਦਾ ਟੋਲਾ ਸ਼੍ਰੋਮਣੀ ਅਕਾਲੀ ਦਲ, ਜਿਸ ਦੇ ਖੁਦ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ, ਨੇ ਸਿੱਖ ਕੌਮ ਦਾ ਹਜੇ ਤੱਕ ਖਹਿੜਾ ਨਹੀਂ ਛੱਡਿਆ। 20ਵੀਂ ਸਦੀ ਤੋਂ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕਾ ਇਹ ਪੁਰਾਤਨ ਅਕਾਲੀ ਸ਼ੇਰਾਂ ਦੀ ਖਲ ਵਿੱਚ ਲੁਕੇ ਬੈਠਾ ਅਖੌਤੀ ਅਕਾਲੀ ਖੋਤਿਆਂ ਦਾ ਟੋਲਾ ਸ਼੍ਰੋਮਣੀ ਅਕਾਲੀ ਦਲ ਬਨਾਮ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਥ ਖਾਲਸੇ ਵਿੱਚ ਘੁਸਪੈਠ ਕਰਕੇ ਪਿਛਲੇ 100 ਸਾਲ ਅੰਦਰ 7 ਲੱਖ ਤੋਂ ਵੱਧ ਸਿੰਘਾਂ, ਸਿੰਘਣੀਆਂ ਤੇ ਭੁਜੰਗੀਆਂ ਦਾ ਸਰਕਾਰੀ ਕਤਲੇਆਮ ਕਰਵਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਰਵਾ ਦਿੱਤਾ ਹੈ, ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਤੱਕ 350 ਸਾਲ ਅੰਦਰ ਕੁੱਲ ਸਰਕਾਰੀ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਸਿੰਘਾਂ, ਸਿੰਘਣੀਆਂ ਤੇ ਭੁਜੰਗੀਆਂ ਦੇ ਸਰਕਾਰੀ ਕਤਲੇਆਮ ਤੋਂ 3 ਗੁਣਾ ਜ਼ਿਆਦਾ ਹੈ। ਸਰਕਾਰੀ ਸ਼ਹਿਰ ਨਾਲ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਵਿੱਚ ਹੋਣ ਕਰਕੇ ਸਿੱਖ ਅਦਾਰਿਆਂ ਦੀ ਘਾਟ ਤੇ ਸਿੱਖੀ ਤੋਂ ਪਛੜ ਰਹੇ ਸਿੱਖ ਸਮਾਜ ਨੂੰ ਸਿੱਖੀ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਜੁਝਾਰੂ ਸਿੰਘਾਂ ਨੇ ਗਾਂਧੀ ਦੀ ਚੁਣੌਤੀ ਤੇ ਬਿਨਾਂ ਹਥਿਆਰ ਚੁੱਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਤੇ ਅੰਤ 1925 ਤੱਕ ਸੈਂਕੜੇ ਹੀ ਪੁਰਾਤਨ ਅਕਾਲੀ ਸਿੰਘਾਂ ਨੇ ਲਾਸਾਨੀ ਸ਼ਹਾਦਤਾਂ ਦੇ ਕੇ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਵਾ ਲਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬ੍ਰਿਟਿਸ਼ ਹਕੂਮਤ ਤੋਂ ਮਾਨਤਾ ਦਿਲਾ ਕੇ ਖਾਲਸਾ ਪੰਥ ਦੀ ਝੋਲੀ ਵਿੱਚ ਪਾਇਆ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤੇ ਕੀਤੀ ਟਿੱਪਣੀ ਨੂੰ ਵਾਪਸ ਮੂੰਹ ਫਟਕ ਗਾਂਧੀ ਦੇ ਮੂੰਹ ਵਿੱਚ ਤੁੰਨ ਕੇ ਬਿਨਾਂ ਕਿਰਪਾਨ ਚੁੱਕੇ ਭਾਰਤ ਵਿੱਚ ਪਹਿਲਾ ਅਹਿੰਸਕ ਅੰਦੋਲਨ ਨਾਨ ਵਾਇਲੈਂਟ ਮੂਵਮੈਂਟ ਚਲਾ ਕੇ ਗੁਰਦੁਆਰੇ ਆਜ਼ਾਦ ਕਰਕੇ ਦਿਖਾਏ। ਗੁਰੂ ਪਿਆਰਿਓ, ਜਦੋਂ ਅੰਗਰੇਜ਼ਾਂ ਤੇ ਮਹੰਤਾਂ ਹੱਥੋਂ ਆਪਣੇ ਨਿਹੱਥੇ ਸਰੀਰ ਦੇ ਪ੍ਰਖੱਚੇ ਉਡਵਾ ਕੇ ਸ਼ਹਾਦਤਾਂ ਦੇਣੀਆਂ ਸਨ, ਉਦੋਂ ਸਾਹਮਣੇ ਸਿਰਫ ਪੁਰਾਤਨ ਅਕਾਲੀ ਸਿੰਘ ਹੀ ਅੱਗੇ ਆਏ
ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤਾਂ ਪੰਥ ਦੋਫਾੜ ਕਰਨ ਵਾਲੇ ਅਕਾਲੀ ਦਲ ਜਹੀ ਨਾਮੁਰਾਦ ਲਾਹਨਤ ਵੀ ਸਿੱਖਾਂ ਦੇ ਗਲ ਆ ਪਈ। ਗਾਂਧੀ ਨੇ ਚਲਾਕੀ ਖੇਲ ਕੇ ਸਿੱਖਾਂ ਦੇ ਖੂਨ ਨਾਲ ਦੇਸ਼ ਆਜ਼ਾਦ ਕਰਵਾਉਣ ਲਈ ਭੋਲੇ ਭਾਲੇ ਅਕਾਲੀ ਲਹਿਰ ਚਲਾਉਣ ਵਾਲੇ ਸਿੰਘਾਂ ਨੂੰ ਆਜ਼ਾਦੀ ਤੋਂ ਬਾਅਦ ਸੰਤੋਸ਼ ਦੇਣ ਦਾ ਵਾਅਦਾ ਕਰਕੇ ਚੌਧਰੀਆਂ ਸ਼ਾਹੂਕਾਰਾਂ ਤੇ ਟੁੱਕੜਬੋਝ ਗੱਦਾਰ ਸਰਦਾਰਾਂ ਦੇ ਝੁੰਡ ਬਨਾਮ ਅਖੌਤੀ ਅਕਾਲੀ ਖੋਤਿਆਂ ਦੀ ਕਤੀੜ ਦੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਪੁਰਾਤਨ ਅਕਾਲੀ ਸਿੰਘਾਂ ਅੰਦਰ ਘੁਸਪੈਠ ਕਰਵਾ ਦਿੱਤੀ ਤੇ ਇਹ ਟੱਟੂ ਖੋਤੇ ਗੁੰਮਰਾਹ ਹੋ ਕੇ ਨਹਿਰੂ ਗਾਂਧੀ ਤੋਂ ਕੁਰਸੀਆਂ ਤੇ ਰਿਸ਼ਵਤਾਂ ਦੀ ਘਾਹ ਮਿਲਣ ਦੀ ਆਸ ਵਿੱਚ ਖਾਲਸਾ ਪੰਥ ਨੂੰ ਖੁਆਰ ਕਰਨ ਲੱਗੇ ਤੇ ਨਿਰਦੋਸ਼ ਬੇਕਸੂਰ ਸਿੰਘਾਂ ਸਿੰਘਣੀਆਂ ਤੇ ਭੁਜੰਗੀਆਂ ਦਾ ਪਵਿੱਤਰ ਲਹੂ ਵਕਤੀ ਹਕੂਮਤਾਂ ਹੱਥੋਂ ਗਟਰ ਨਾਲੀਆਂ ਵਿੱਚ ਬਹਾਣਾ ਸ਼ੁਰੂ ਕਰਵਾ ਦਿੱਤਾ। ਫਿਰ ਚਾਹੇ ਉਹ ਆਜ਼ਾਦੀ ਦੇ ਜੇਲ੍ਹ ਭਰੋ ਅੰਦੋਲਨ ਹੋ, ਕਾਲੇ ਪਾਣੀ ਦੀ ਸਜ਼ਾ ਹੋਵੇ, ਸਿੱਖਾਂ ਨੂੰ ਫਾਂਸੀ ਹੋਵੇ, 1947 ਦੀ ਭਾਰਤ ਪਾਕਿਸਤਾਨ ਵੰਡ ਦੇ ਦੰਗੇ ਹੋਣ ਜਾਂ ਵੱਖਰੀ ਸਿੱਖ ਸਟੇਟ ਬਣਾਉਣ ਦੀ ਮੰਗ ਹੋਵੇ, ਇਸ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤਿਆਂ ਨੇ 1925 ਤੋਂ 1965 ਤੱਕ ਪੌਣੇ 5 ਲੱਖ ਤੋਂ ਵੱਧ ਸਿੰਘਾਂ ਸਿੰਘਣੀਆਂ ਤੇ ਭੁਜੰਗੀਆਂ ਨੂੰ ਅੰਗਰੇਜ਼ਾਂ, ਮੁਸਲਮਾਨਾਂ ਤੇ ਹਿੰਦੂਆਂ ਹੱਥੋਂ ਕਤਲ, ਬਲਾਤਕਾਰ ਤੇ ਲੁੱਟ-ਪੱਟ ਕੇ ਮੌਤ ਦੇ ਘਾਟ ਉਤਰਵਾ ਦਿੱਤਾ ਤੇ ਕਾਬਲ ਤੋਂ ਤਿੱਬਤ ਤੱਕ ਫੈਲੇ ਖਾਲਸੇ ਦੇ ਰਾਜ ਨੂੰ ਮਾਤਰ 300 ਕਿਲੋਮੀਟਰ ਲੰਬੇ ਜ਼ਮੀਨੀ ਟੁਕੜਾ ਪੰਜਾਬੀ ਸੂੰਡਾ ਬਣਾ ਕੇ ਖਾਲਸੇ ਪੰਥ ਦੀ ਝੋਲੀ ਵਿੱਚ ਲਿਆ ਸੁੱਟਿਆ, ਜਿਸ ਦਾ ਹਜੇ ਤੱਕ ਨਾਮ ਵੀ ਨਹੀਂ ਪਿਆ। ਗਾਂਧੀ ਨੂੰ ਪਤਾ ਸੀ ਕਿ ਸਿੱਖ ਪੰਥ ਦੀ ਬਾਗਡੋਰ ਵੱਢ ਖਾਣ ਵਾਲੇ ਪੁਰਾਤਨ ਅਕਾਲੀ ਸ਼ੇਰਾਂ ਦੇ ਹੱਥ ਨਹੀਂ, ਬਲਕਿ ਕੁਰਸੀ ਤੇ ਰਿਸ਼ਵਤ ਦੀ ਘਾਸ ਖਾਣ ਵਾਲੇ ਸ਼ੇਰਾਂ ਦੀ ਖੱਲ ਵਿੱਚ ਲੁੱਕ ਕੇ ਬੈਠੇ ਅਖੌਤੀ ਅਕਾਲੀ ਖੋਤਿਆਂ ਦੇ ਹੱਥ ਹੈ। ਤੇ ਉਹ ਇਹ ਕਹਿ ਕੇ ਸਿੱਖ ਪੰਥ ਨੂੰ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਿਆ ਕਿ ਹੁਣ ਮੇਰਾ ਕਾਂਗਰਸ ਔਰ ਨਹਿਰੂ ਤੇ ਕੋਈ ਜ਼ੋਰ ਨਹੀਂ, ਸਿੱਖ ਆਪਣੇ ਬਣਦੇ ਹੱਕ ਤਲਵਾਰ ਦੇ ਜ਼ੋਰ ਤੇ ਕਾਂਗਰਸ ਤੋਂ ਲੈ ਸਕਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਫਲ ਕਰਨ ਦਾ ਕਾਰਨ ਬਣਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤਿਆਂ ਦੇ ਟੋਲੇ ਨੂੰ ਪੰਥਕ ਖੇਤ ਚੋਂ ਖਦੇੜਨ ਦੀ ਅੰਤਿਮ ਕੋਸ਼ਿਸ਼ ਵਜੋਂ ਪੁਰਾਤਨ ਅਕਾਲੀ ਲਹਿਰ ਦੇ ਅਖੀਲੇ ਸ਼ੇਰ ਸੰਤ ਬਾਬਾ ਫਤਿਹ ਸਿੰਘ ਜੀ ਨੇ ਆਪਣੇ 90 ਅਕਾਲੀ ਸ਼ੇਰਾਂ ਨਾਲ ਮਿਲ ਕੇ ਗੁਰੂ ਨਾਨਕ ਦੀ ਖੜੀ ਸਿੱਖ ਫੁਲਵਾੜੀ ਨੂੰ ਰੋਂਦਣ ਵਾਲੇ ਅਖੌਤੀ ਅਕਾਲੀ ਖੋਤਿਆਂ ਦੇ ਟੋਲੇ ਸ਼੍ਰੋਮਣੀ ਅਕਾਲੀ ਦਲ ਨੂੰ 1962 ਵਿੱਚ ਮੁੱਢੋਂ ਹੀ ਪੰਥਕ ਖੇਤ ਵਿੱਚੋਂ ਖਦੇੜ ਦਿੱਤਾ ਸੀ। ਪਰ ਜਦੋਂ 5 ਸਾਲਾਂ ਬਾਅਦ ਦੁਬਾਰਾ ਚੋਣਾਂ ਹੋਈਆਂ ਤਾਂ 1967 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤਿਆਂ ਦੇ ਟੋਲੇ ਨੇ ਉਹਨਾਂ 90 ਵਿੱਚੋਂ 66 ਅਕਾਲੀ ਸ਼ੇਰਾਂ ਮੂਹਰੇ ਰਿਸ਼ਵਤ ਤੇ ਕੁਰਸੀ ਦਾ ਘਾਸ ਪਾ ਕੇ ਉਹਨਾਂ ਨੂੰ ਵੀ ਆਪਣੇ ਵਰਗਾ ਹੀ ਘਾਹ ਚਰਨ ਵਾਲਾ ਖੋਤਾ ਬਣਾ ਲਿਆ। ਫਿਰ ਜਦੋਂ ਸੰਤ ਫਤਿਹ ਸਿੰਘ ਜੀ ਨੇ ਪੰਥ ਨੂੰ ਅਲਵਿਦਾ ਕਿਹਾ ਤਾਂ ਬਾਕੀ ਬਚੇ ਸ਼ੇਰ ਵੀ ਖੋਤਿਆਂ ਮੂਹਰੇ ਢੇਰ ਹੋ ਕੇ ਮਾਸਟਰ ਤਾਰਾ ਸਿੰਘ ਰਾਹੀਂ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ ਤੇ ਚੱਲਣ ਵਾਲੇ ਸ਼੍ਰੋਮਣੀ ਅਕਾਲੀ ਦਲ ਹੱਥੀ ਵਿਕ ਗਏ, ਜਿਸ ਦਾ ਸੰਤਾਪ ਅੱਜ ਕੌਮ 2021 ਵਿੱਚ ਵੀ ਭੋਗ ਰਹੀ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਭਾਰਤ ਸਰਕਾਰ ਖਿਲਾਫ ਇਨਕਲਾਬ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਉਣ ਵਾਲੇ ਕਿਸੇ ਵੀ ਸਿੱਖ ਆਗੂ ਜਾਂ ਸਿੱਖ ਜਥੇਬੰਦੀ ਨੇ ਪੰਥ ਖਾਲਸੇ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਜਜ਼ਬ ਕਰਨ ਵਾਲੇ ਅਖੌਤੀ ਅਕਾਲੀ ਖੋਤਿਆਂ ਦੇ ਟੋਲੇ ਦੀ ਗਿੱਚੀ ਫੜ ਕੇ ਇਹ ਪੁੱਛਣ ਦੀ ਜ਼ਰੂਰਤ ਨਹੀਂ ਕੀਤੀ ਕਿ ਇਹ ਚਿੱਟ ਕੱਪੜੀਏ ਅਕਾਲੀਓ ਦੱਸੋ ਕਿ ਕਿਸ ਦੀ ਇਜਾਜ਼ਤ ਨਾਲ ਤੁਸੀਂ ਅਕਾਲ ਤਖਤ ਦੇ ਅਕਾਲੀ ਸ਼ਹੀਦਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤੇ ਰਲਾ ਕੇ ਧਰਮ ਤੇ ਸਿਆਸਤ ਨੂੰ ਵੱਖ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰ ਦੇ ਨਿਯਮ ਨੂੰ ਵਿਫਲ ਕੀਤਾ। ਅਕਾਲੀਆਂ ਨੇ ਤਾਂ ਅਕਾਲੀ ਲਹਿਰ ਚਲਾਈ ਸੀ, ਫਿਰ ਸ਼੍ਰੋਮਣੀ ਅਕਾਲੀ ਦਲ ਕਿੱਦਾਂ ਬਣ ਗਿਆ? ਗੁਰਮਤ ਤਾਂ ਤੁਹਾਡੀ ਪੈਦਾਇਸ਼ ਹੀ ਗਲਤ ਦੱਸਦੀ ਹੈ। ਜੇਕਰ ਗੁਰਮਤ ਮੁਤਾਬਿਕ ਗੁਰੂ ਦਲ ਭੰਜਨ ਗੁਰੂ ਸੂਰਮਾ ਭਾਵ ਗੁਰੂ ਤਾਂ ਪੰਥਕ ਸ਼ਿਰਕਾਂ ਦਲਾਂ ਦੁਸ਼ਟਾਂ ਦੇ ਦੰਦ ਭੰਨਣ ਵਾਲਾ ਯੋਧਾ ਹੈ, ਤਾਂ ਤੁਸੀਂ ਖਾਲਸਾ ਪੰਥ ਦੀ ਹਿੱਕ ਤੇ ਸ਼੍ਰੋਮਣੀ ਅਕਾਲੀ ਦਲ ਬਣਾ ਕੇ ਗੁਰੂ ਕਾ ਸ਼ਰੀਕ ਪੰਥ ਦੋਫਾੜ ਕਰਨ ਵਾਲਾ ਦੱਲਾ ਦਲ ਸ਼੍ਰੋਮਣੀ ਅਕਾਲੀ ਦਲ ਕਿਸ ਨੂੰ ਪੁੱਛ ਕੇ ਖੜਾ ਕੀਤਾ? ਵਿਪਰਨ ਕੀ ਰੀਤ ਕਿਸ ਨੂੰ ਪੁੱਛ ਕੇ ਚਲਾਈ? ਜਵਾਬ ਦਿਓ। ਇਹ ਚਿੱਟ ਕੱਪੜੇ ਅਕਾਲੀਓ ਦੱਸੋ। ਆਏ ਤਾਂ ਤੁਸੀਂ ਗੁਰਦੁਆਰੇ ਆਜ਼ਾਦ ਕਰਵਾਉਣ ਤੇ ਪਛੜੇ ਸਿੱਖ ਸਮਾਜ ਨੂੰ ਸਿੱਖੀ ਦੀ ਮੁੱਖ ਧਾਰਾ ਨਾਲ ਜੋੜਨ ਲਈ ਸੀ। ਜਦ ਤੁਹਾਡੇ ਸਮਕਾਲੀ ਪੰਜਾਬ ਦੇ ਸ਼ੇਰ ਬਾਬਾ ਰਾਮ ਸਿੰਘ ਜੀ ਨਾਮਧਾਰੀ, ਸਰਦਾਰ ਸੋਹਣ ਸਿੰਘ ਭਖਣਾ, ਸਰਦਾਰ ਭਗਤ ਸਿੰਘ, ਸਰਦਾਰ ਉਦਮ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ ਦੇ ਮਹਾਨ ਅਮਰ ਸ਼ਹੀਦ ਆਜ਼ਾਦੀ ਦੀ ਲੜਾਈ ਵਿੱਚ ਪਹਿਲਾਂ ਤੋਂ ਹੀ ਆਪਣਾ ਯੋਗਦਾਨ ਪਾ ਰਹੇ ਸੀ, ਤਾਂ ਫਿਰ ਇਸ ਰਾਜਨੀਤੀ ਦੇ ਚਿੱਕੜ ਵਿੱਚ ਖੋਤਿਆਂ ਵਾਂਗ ਤੁਸੀਂ ਕਿਸ ਨੂੰ ਪੁੱਛ ਕੇ ਛਲਾਂਗ ਮਾਰੀ? 100 ਖਾਲਸਿਆਂ ਨੇ ਤਾਂ ਗਲ ਫਾਂਸੀ ਚੁੰਮ ਕੇ ਦੇਸ਼ ਆਜ਼ਾਦ ਕਰਵਾ ਦਿੱਤਾ ਸੀ। ਤੁਸੀਂ 7 ਲੱਖ ਸਿੱਖ ਮਰਵਾ ਕੇ ਪੰਥ ਨੂੰ ਕੀ ਦਿੱਤਾ? ਜਵਾਬ ਦਿਓ, ਜਵਾਬ ਦਿਓ। ਕਿਉਂ 1980 ਧਰਮ ਯੁੱਧ ਮੋਰਚੇ ਦੇ ਤੁਸੀਂ ਆਪਣੇ ਜਨਮਦਾਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਪੈਰਾਂ ਵਿੱਚ ਮਦਦ ਲਈ ਕਿਉਂ ਨਹੀਂ ਡਿੱਗੇ? ਤੇ ਕਿਉਂ ਤੇ ਕਿਸ ਲਾਲਚ ਤੇ ਹੰਕਾਰ ਹੇਠ ਤੁਸੀਂ 1984 ਵਿੱਚ ਉਸ ਪਵਿੱਤਰ ਦਮਦਮੀ ਟਕਸਾਲ ਹੱਥੋਂ ਹਥਿਆਰ ਉਠਵਾਏ, ਜਿਸ ਟਕਸਾਲ ਦੇ ਹੱਥ ਸਵੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਮ ਫੜਾ ਕੇ ਗਏ ਸੀ? ਕਿਉਂ ਤੁਸੀਂ ਸੰਤ ਭਿੰਡਰਾਂਵਾਲੇ ਤੋਂ ਹਥਿਆਰ ਉਠਵਾ ਕੇ ਭਾਈ ਮਨੀ ਸਿੰਘ ਜੀ ਦੀ ਦਿੱਤੀ ਸ਼ਾਂਤਮਈ ਸ਼ਹਾਦਤ ਨੂੰ ਕਲੰਕਿਤ ਕੀਤਾ? ਜਵਾਬ ਦਿਓ, ਜਵਾਬ ਦਿਓ। ਕਿਸ ਤੋਂ ਪੁੱਛ ਕੇ ਤੁਸੀਂ ਪੰਜਾਬੀ ਸੂਬੇ ਦੇ ਦਰਿਆਈ ਪਾਣੀ, ਪੰਜਾਬੀ ਬੋਲੀ, ਚੰਡੀਗੜ੍ਹ ਦੇ ਮੁੱਦੇ ਨੂੰ ਧਰਮ ਯੁੱਧ ਮੋਰਚੇ ਦਾ ਨਾਮ ਦੇ ਕੇ ਨਿਰਦੋਸ਼ ਬੇਕਸੂਰ ਸਿੰਘ ਸਿੰਘਣੇ ਦੇ ਭੁਜੰਗੀਆਂ ਦਾ ਸਰਕਾਰੀ ਕਤਲੇਆਮ ਬਲਾਤਕਾਰ ਕਰਵਾ ਕੇ ਸਰਕਾਰਾਂ ਹੱਥੋਂ ਮੌਤ ਦੇ ਘਾਟ ਉਤਰਵਾਇਆ, ਜਦਕਿ ਪੰਜਾਬ ਵਿੱਚ ਤਾਂ ਹਿੰਦੂ, ਮੁਸਲਿਮ, ਈਸਾਈ, ਰਾਧਾ ਸੁਆਮੀ ਨਿਰੰਕਾਰੀ ਤੇ ਡੇਰਾ ਸੌਦਾ ਸਾਧ ਤੱਕ ਨੂੰ ਮੰਨਣ ਵਾਲੇ ਸਾਰੇ ਹੀ ਮਤਾਂ ਦੇ ਲੋਕ ਵਸਦੇ ਹਨ। ਪੰਜਾਬ ਦੇ ਟੁਕੜੇ ਕਰਕੇ ਪੰਜਾਬੀ ਸੂਬੇ ਵਿੱਚ ਨਸ਼ੇ ਦਾ ਦਰਿਆ ਬਹਾ ਕੇ ਪੰਜਾਬੀ ਅਤੇ ਪੰਜਾਬੀਅਤ ਦੀਆਂ ਫੜੀਆਂ ਮਾਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤੇ ਨੂੰ ਦਿਖਾਓ, ਕਿੱਥੇ ਵਗਦੇ ਨੇ ਪੰਜਾਬ ਵਿੱਚ ਤੁਹਾਡੇ 5 ਦਰਿਆ?
ਕਿੱਥੇ ਹੈ ਤੁਹਾਡੀ ਪੰਜਾਬੀ ਲਿਪੀ? ਮਿਨਿਸਟਰੀਆਂ ਵਿੱਚ ਬਹਿ ਕੇ ਕੇਂਦਰ ਸਰਕਾਰ ਵੱਲੋਂ ਪਾਈ ਕੁਰਸੀ ਤੇ ਰਿਸ਼ਵਤ ਦੀ ਘਾਸ ਖਾਣ ਦੀ ਥਾਂ ਸਰਕਾਰ ਨੂੰ ਇਹ ਕਿਉਂ ਨਹੀਂ ਪੁੱਛਿਆ ਜੇ ਤਮਿਲ ਬਹੁਲ ਇਲਾਕਾ ਤਮਿਲਨਾਡੂ ਹੋ ਸਕਦਾ ਹੈ, ਕੰਨੜਾ ਬਹੁਲ ਇਲਾਕਾ ਕਰਨਾਟਕ ਹੋ ਸਕਦਾ ਹੈ, ਮਰਾਠਿਆਂ ਬਹੁਲ ਇਲਾਕਾ ਮਹਾਰਾਸ਼ਟਰ ਹੋ ਸਕਦਾ ਹੈ, तेलुगुआ बहुल इलाका तेलंगाना हो सकता है, राजपूता बहुल इलाका राजस्थान हो सकता है, गुजराती बहुल इलाका गुजरात हो सकता है, इत्थों तक कि विदेशी हमलावर पुर्तगाल का घट गिनती इलाका गोवा हो सकता है। तो दसो आजादी की लड़ाई में 90% शहीदियां पाने वाले सिखां का इलाका सिख स्थान खालसा स्थान क्यों नहीं हो सकता? जवाब दो, जवाब दो। इतिहास गवाह है कि श्रोमणी अकाली दल बनाम श्रोमणी अकाली दल बादल ਦੇ ਅਖੌਤੀ ਅਕਾਲੀ ਖੋਤੇ ਨੇ ਵਕਤੀ ਹਕੂਮਤਾਂ ਨਾਲ ਮਿਲ ਕੇ ਗੁਰਦੁਆਰੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਜਾੜ ਕੇ ਖੁਦ ਨੂੰ ਸਥਾਪਿਤ ਕਰਨ ਲਈ ਪਿਛਲੇ 100 ਸਾਲਾਂ ਵਿੱਚ ਭਾਰਤ ਸਰਕਾਰ ਤੋਂ ਚਾਕੂ ਡੰਡੇ ਤਲਵਾਰਾਂ ਤੋਂ ਲੈ ਕੇ ਬੰਦੂਕਾਂ ਟੈਂਕਾਂ ਤੋਪਾਂ ਦੇ ਨਾਲ 7 ਲੱਖ ਤੋਂ ਵੱਧ ਸਿੱਖਾਂ ਨੂੰ ਮੌਤ ਦੇ ਘਾਟ ਉਤਰਵਾ ਦਿੱਤਾ ਹੈ ਤੇ ਉਹਨਾਂ ਦੀਆਂ ਸਿੰਗੜੀਆਂ ਦਾ ਸਰਕਾਰੀ ਗੁੰਡਿਆਂ ਕੋਲੋਂ ਸਮੂਹਿਕ ਬਲਾਤਕਾਰ ਕਰਵਾ ਕੇ ਉਹਨਾਂ ਨੂੰ ਰੋਡਾਂ ਚੌਂਕਾਂ ਤੇ ਨੰਗਾ ਘੁਮਾ ਕੇ ਕਤਲ ਕਰਵਾਇਆ ਹੈ ਤੇ ਉਹਨਾਂ ਦੀ ਔਲਾਦ ਨੂੰ ਪਤਿਤ ਪਨੇ ਤੇ ਨਸ਼ੇ ਵੱਲ ਧੱਕ ਕੇ ਨਸ਼ੇੜੀ ਬਣਾ ਦਿੱਤਾ ਹੈ। ਅਖੌਤੀ ਅਕਾਲੀ ਖੋਤਿਆਂ ਵੱਲੋਂ ਕਦਮ ਕਦਮ ਤੇ ਖਾਲਸੇ ਦੀ ਕਬਰ ਖੋਦ ਕੇ ਸਿੱਖਾਂ ਨੂੰ ਸੈਂਕੜੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਤਸੀਹੇ ਦੇ ਕੇ ਇੱਕੋ ਝਟਕੇ ਵਿੱਚ ਮਾਰ ਮਕਾਉਣ ਦਫਨਾਉਣ ਤੇ ਵਤਨੋਂ ਭਜਾਉਣ ਲਈ ਰਚੀਆਂ ਚੁਣਿੰਦਾ ਹਥਿਆਰਬੰਦ ਸਰਕਾਰੀ ਸਾਜ਼ਿਸ਼ਾਂ ਦਾ ਕੱਚਾ ਛਿੱਟਾ ਕੁਝ ਇਸ ਪ੍ਰਕਾਰ ਹੈ। 1865 ਤੋਂ 1925 गदरी लहर खत्म, असली निरंकारी लहर खत्म, नामधारी लहर खत्म, सिंह सभा लहर खत्म, अकाली लहर खत्म। 1925 ਤੋਂ 1940 ਗੁਰਦੁਆਰਾ ਸੁਧਾਰ ਲਹਿਰ ਦਾ ਅੱਧ ਵਿਚਕਾਰ ਭੋਗ ਪਾ ਕੇ ਗਾਂਧੀ ਤੇ ਨਹਿਰੂ ਤੋਂ ਸੰਤੋਸ਼ ਦੀ ਘਾਸ ਮਿਲਣ ਦੀ ਆਸ ਵਿੱਚ ਅਖੌਤੀ ਅਕਾਲੀ ਖੋਤੇ ਆਜ਼ਾਦੀ ਦੀ ਲੜਾਈ ਵਿੱਚ ਕੁੱਦ ਪਏ। ਸਿੱਖਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਕਾਲੇ ਪਾਣੀ ਦੀ ਸਜ਼ਾ ਹੋਈ। ਡੰਡੇ ਗੋਲੀਆਂ ਤੋਪਾਂ ਤੇ ਫਾਂਸੀ ਲਾ ਕੇ ਸਿੱਖਾਂ ਦਾ ਸਰਕਾਰੀ ਕਤਲੇਆਮ ਸ਼ੁਰੂ ਕੀਤਾ ਗਿਆ। 1940 ਤੋਂ 1947 ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਬਾਬੇ ਨਾਨਕ ਵੱਲੋਂ ਅਖੌਤੀ ਅਕਾਲੀ ਖੋਤਿਆਂ ਨੂੰ ਦਿੱਤੀ ਭਾਰਤ ਪਾਕ ਵੰਡ ਤੇ ਸਿੱਖਾਂ ਦੇ ਸਰਕਾਰੀ ਕਤਲੇਆਮ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਿੱਤੀ ਪੂਰਵ ਚੇਤਾਵਨੀ, ਜਿਸ ਨੂੰ ਜਿਨ੍ਹਾਂ ਦੀ ਮੁਸਲਿਮ ਲੀਗ ਨੇ 1940 ਵਿੱਚ ਅਮਲੀ ਜਾਮਾ ਪਵਾ ਕੇ ਲਾਹੌਰ ਰੈਜ਼ੋਲੂਸ਼ਨ ਦੀ ਓਟ ਵਿੱਚ ਮੁਸਲਮਾਨਾਂ ਹੱਥੋਂ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਦੇ ਸਰਕਾਰੀ ਕਤਲੇਆਮ ਬਲਾਤਕਾਰ ਲੁੱਟ ਖੋਹ ਤੇ ਮਾਰ ਕਾਟ ਦੇ ਫਤਵੇ ਜਾਰੀ ਕੀਤੇ। ਫਿਰ ਵੀ ਉੱਥੋਂ ਸਿੱਖਾਂ ਤੇ ਹਿੰਦੂਆਂ ਨੂੰ ਸੁਰੱਖਿਅਤ ਕੱਢਣ ਦੀ ਥਾਂ ਅਖੌਤੀ ਅਕਾਲੀ ਖੋਤਿਆਂ ਵੱਲੋਂ ਜਾਣਬੁੱਝ ਕੇ 1940 ਤੋਂ 1947 ਤੱਕ 8 ਸਾਲਾਂ ਮੁਸਲਮਾਨਾਂ ਹੱਥੋਂ ਸਿੱਖਾਂ ਹਿੰਦੂਆਂ ਦੀ ਵੱਢ ਟੁੱਕ ਕਰਵਾਉਣ ਦਾ ਇੰਤਜ਼ਾਰ ਕੀਤਾ ਗਿਆ। ਨਤੀਜਾ 1946 ਦੀ ਮਰਦਸ਼ੁਮਾਰੀ ਵਿੱਚ 20 ਲੱਖ ਸਿੱਖਾਂ ਦੀ ਆਬਾਦੀ ਵਾਲੇ ਪਾਕਿਸਤਾਨੀ ਪੰਜਾਬ ਅੰਦਰ 2 ਸਾਲ ਮਗਰੋਂ ਹੀ ਕੀਤੀ 1948 ਦੀ ਮਰਦਸ਼ੁਮਾਰੀ ਵਿੱਚ 20,000 ਸਿੱਖ ਵੀ ਬਚ ਨਹੀਂ ਪਾਏ ਤੇ ਇਹਨਾਂ ਅਖੌਤੀ ਅਕਾਲੀ ਖੋਤਿਆਂ ਦੀਆਂ ਕਰਤੂਤਾਂ ਸਦਕਾ ਅੱਜ ਸਿੱਖਾਂ ਦਾ ਖੁਰਾ ਖੋਜ ਮਟਾਉਣ ਲਈ ਇਹੋ ਕੰਮ 1947 ਤੋਂ 1984 ਤੇ 1984 ਤੋਂ 2021 ਤੱਕ ਹਿੰਦੁਸਤਾਨੀ ਸਰਕਾਰਾਂ ਨੇ ਹਿੰਦੁਸਤਾਨ ਵਿੱਚ ਫੜਿਆ ਹੋਇਆ ਹੈ। ਜੇਕਰ ਸਿੱਖਾਂ ਨੇ ਏਦਾਂ ਹੀ ਇਹਨਾਂ ਸ਼ੇਰ ਦੀ ਖਲ ਵਿੱਚ ਲੁਕੇ ਬੈਠੇ ਖੋਤਿਆਂ ਨੂੰ ਸ਼ੇਰ ਸਮਝ ਕੇ ਵੋਟਾਂ ਪਾ ਆਪਣਾ ਆਗੂ ਬਣਾਈ ਰੱਖਿਆ ਤਾਂ ਛੇਤੀ ਹੀ ਇਹ ਆਪਣੀਆਂ ਮੂਰਖਤਾਵਾਂ ਨਾਲ ਹਿੰਦੁਸਤਾਨੀ ਹਕੂਮਤਾਂ ਹੱਥੋਂ ਸਿੱਖਾਂ ਦੀ ਵੱਢ ਟੁੱਕ ਕਰਵਾ ਕੇ ਹਿੰਦੁਸਤਾਨ ਵਿੱਚ ਵੀ ਸਿੱਖਾਂ ਦੀ ਆਬਾਦੀ 2 ਕਰੋੜ ਤੋਂ 2 ਲੱਖ ਤੇ ਲੈ ਆਉਣਗੇ। 1947 ਤੋਂ 1948 ਅਖੌਤੀ ਅਕਾਲੀ ਖੋਤਿਆਂ ਨੂੰ ਕੁਰਸੀ ਤੇ ਰਿਸ਼ਵਤ ਦੀ ਘਾਸ ਦਾ ਚਾਰਾ ਦਿਖਾ ਕੇ ਜਿਨ੍ਹਾਂ ਨਹਿਰੂ ਤੇ ਮਾਊਂਟਬੈਟਨ ਨੇ ਗੁਜਰਾਤ ਰਾਜਸਥਾਨ ਦਾ ਭਾਰਤ ਪਾਕਿਸਤਾਨ ਵੰਡ ਦੇ ਨਾਮ ਤੇ ਪੰਜਾਬ ਦੀ ਹਿੱਕ ਪਾੜ ਕੇ ਸਿੱਖਾਂ ਨੂੰ ਉਜਾੜ ਦਿੱਤਾ ਤੇ ਧਾਰਦਾਰ ਹਥਿਆਰਾਂ ਗੰਡਾਸਿਆਂ ਤੇ ਬੰਦੂਕਾਂ ਨਾਲ ਲੱਖਾਂ ਬੇਦੋਸ਼ੇ ਸਿੰਘ ਸਿੰਘਣੀਆਂ ਤੇ ਉਹਨਾਂ ਦੇ ਬੱਚਿਆਂ ਦਾ ਸਰਕਾਰੀ ਕਤਲੇਆਮ ਤੇ ਸਮੂਹਿਕ ਬਲਾਤਕਾਰ ਕਰਵਾਇਆ ਗਿਆ ਤੇ ਸਿੱਖਾਂ ਦਾ ਜਬਰੀ ਧਰਮ ਪਰਿਵਰਤਨ ਤੇ ਜ਼ਮੀਨ ਜਾਇਦਾਦਾਂ ਦੀ ਸਾੜ ਫੁਕ ਲੁੱਟ-ਪੱਟ ਦੋਹਾਂ ਪਾਸੇ ਸ਼ੁਰੂ ਕਰਵਾਈ ਜੋ ਕਿ ਕਿਸੇ ਨਾ ਕਿਸੇ ਰੂਪ ਵਿੱਚ ਹਜੇ ਵੀ ਜਾਰੀ ਹੈ। 1984 ਦੇ ਸਿੱਖ ਵਿਰੋਧੀ ਦੰਗੇ ਇਸ ਦਾ ਜੀਂਦਾ ਜਾਗਦਾ ਸਬੂਤ ਹਨ। 1948 ਤੋਂ 1966 ਗੁਰਮਤਿ ਦਾ ਫਰਮਾਨ ਨਾਲ ਸਿਆਣੇ ਦੋਸਤੀ ਕਦੇ ਨਾ ਆਵੇ ਰਾਸ ਤੋਂ ਪਟਕੇ ਅਖੌਤੀ ਅਕਾਲੀ ਖੋਤੇ ਕਾਂਗਰਸ ਤੋਂ 4.5 ਲੱਖ ਸਿੰਘਾਂ ਸਿੰਘਣੀਆਂ ਤੇ ਉਹਨਾਂ ਦੇ ਬੱਚਿਆਂ ਦੀਆਂ ਲਾਸ਼ਾਂ ਦਾ ਮੁੱਲ ਰਿਸ਼ਵਤ ਤੇ ਕੁਰਸੀ ਦੇ ਗੱਫਿਆਂ ਦੇ ਰੂਪ ਵਿੱਚ ਨਾ ਮਿਲਣ ਤੇ ਬੁਖਲਾ ਗਏ ਤੇ ਕਾਂਗਰਸ ਸਰਕਾਰ ਦੇ ਖਿਲਾਫ ਮੋਰਚਾ ਧਰਨੇ ਲਾਣੇ ਸ਼ੁਰੂ ਕਰ ਦਿੱਤੇ ਤੇ ਇਹਨਾਂ ਖੋਤਿਆਂ ਦੀ ਬੁਖਲਾਹਟ ਨੂੰ ਦੇਸ਼ ਵਿੱਚ ਵਸਦੀ ਪੂਰੀ ਸਿੱਖ ਕੌਮ ਦੀ ਦੇਸ਼ ਖਿਲਾਫ ਬਗਾਵਤ ਗਰਦਾਨ ਕੇ ਸਾਡੇ ਦੋਹਰੇ ਚਰਿੱਤਰ ਵਾਲੇ ਪਰਮ ਪੂਜੀਆ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਜਿਹੜੇ ਮੂੰਹੋਂ ਤਾਂ ਵੈਸ਼ਨਵ ਜਨ ਤੋਂ ਤੋਨੇ ਕਹੀਏ ਗਾ ਕੇ ਖੁਦ ਨੂੰ ਅਹਿੰਸਾ ਦੇ ਪੁਜਾਰੀ ਸਾਧਦੇ ਸਨ ਤੇ ਪਿੱਠ ਪਿੱਛੇ ਗਊ ਵੱਢਣ ਵਾਲੇ ਮੁਸਲਿਮ ਬੁੱਚੜਖਾਨਿਆਂ ਨੂੰ ਖੋਲਣ ਦੇ ਪੱਕੇ ਹਮਾਇਤੀ ਸਨ ਤੇ ਉਹਨਾਂ ਦੇ ਅੱਗੇ ਗੋਰੀਆਂ ਮੇਮਾਂ ਨਾਲ ਕਲੋਲਾਂ ਕਰਨ ਵਾਲੇ ਉਹਨਾਂ ਦੇ ਰਾਸ਼ਟਰਪੁੱਤਰ ਪੰਡਿਤ ਨਹਿਰੂ ਜੀ ਤੇ ਪਟੇਲ ਜੀ ਜਿਹੜੇ ਕਹਿਣ ਨੂੰ ਤਾਂ ਸਰਦਾਰ ਸਨ ਤੇ 1947 ਤੋਂ ਪਹਿਲਾਂ ਅੰਗਰੇਜ਼ਾਂ ਦੀਆਂ ਡਾਂਗਾ ਸੋਟੀਆਂ ਨਾਲ ਆਪਣਾ ਢੂਆ ਟੁੱਟਣ ਤੋਂ ਡਰਦੇ ਸਾਊ ਸ਼ਰੀਫ ਸੱਤਿਆਗ੍ਰਹੀ ਬਣ ਕੇ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਭੀਖ ਮੰਗਦੇ ਰਹੇ ਤੇ ਆਜ਼ਾਦੀ ਮਿਲਣ ਮਗਰੋਂ ਹੀ ਦੇਸ਼ ਦੀਆਂ ਖਿਲਰੀਆਂ ਰਿਆਸਤਾਂ ਉੱਤੇ ਡੰਡਾ ਸੋਟਾ ਫੇਰ ਕੇ ਇੱਕੋ ਝੰਡੇ ਥੱਲੇ ਲਿਆਉਣ ਲਈ ਯਕਦਮ ਲੋਹ ਪੁਰਸ਼ ਪਹਿਲਵਾਨ ਭੀਮ ਸੈਨ ਬਣ ਗਏ
ਤੇ ਇਹਨਾਂ ਦੇ ਅੱਗੇ ਇਹਨਾਂ ਦੀਆਂ ਪੈੜਾਂ ਤੇ ਚੱਲਣ ਵਾਲੇ ਦੇਸ਼ ਭਗਤ ਰਾਸ਼ਟਰਪਤੀ ਇੰਦਰਾ ਗਾਂਧੀ ਜੀ ਤੇ ਰਾਸ਼ਟਰਪਤੀ ਪੋਤੇ ਰਾਜੀਵ ਗਾਂਧੀ ਜੀ, ਜਿਨ੍ਹਾਂ ਨੇ ਦੇਸ਼ ਨੂੰ ਆਪਣੀ ਦਿਨ ਰਾਤ ਦੀ ਅਣਥੱਕ ਮਿਹਨਤ ਤੇ ਨਿਸ਼ਕਾਮ ਸੇਵਾ ਪ੍ਰਦਾਨ ਕਰਦੇ ਹੋਏ ਭਾਰਤ ਆਜ਼ਾਦ ਹੁੰਦੇ ਸਾਰ ਹੀ ਉਸਦੀ ਝੋਲੀ ਵਿੱਚ ਜਾਪਾਨੀ ਕੀਓ ਤੇਲ ਘੁਟਾਲਾ 1976 ਤੇ ਸਵੀਡਿਸ਼ ਬਫਰਸ ਤੋਪ ਘੁਟਾਲਾ 1985 ਪਾਇਆ ਤੇ ਸੋਨੇ ਦੀ ਚਿੜੀ ਅਖਵਾਉਣ ਵਾਲੇ ਦੇਸ਼ ਭਗਤਾਂ ਦੇ ਦੇਸ਼ ਭਾਰਤ ਨੂੰ ਭ੍ਰਿਸ਼ਟਾਚਾਰੀ, ਨੂਣ ਹਰਾਮੀ ਤੇ ਘੁਟਾਲੇਬਾਜ਼ਾਂ ਦਾ ਦੇਸ਼ ਸਾਬਿਤ ਕੀਤਾ। ਤੇ ਇਹ ਦੇਸ਼ ਦੀ ਦੋ ਧਾਰੀ ਸਰਪ੍ਰਸਤ ਲੀਡਰਸ਼ਿਪ ਨੇ ਆਜ਼ਾਦੀ ਲਈ 90% ਤੋਂ ਵੱਧ ਸ਼ਹਾਦਤਾਂ ਦੇ ਕੇ ਗੁਲਾਮ ਹਿੰਦੁਸਤਾਨ ਤੋਂ ਆਜ਼ਾਦ ਭਾਰਤ ਬਣਾਉਣ ਵਾਲੇ ਖਾਲਸਾ ਪੰਥ ਨੂੰ ਜਰਾਇਮ ਪੇਸ਼ਾ ਤੇ ਫਿਰਕਾ ਪ੍ਰਸਤ ਕੌਮ ਦਾ ਸਰਟੀਫਿਕੇਟ ਦਿੱਤਾ ਤੇ ਅਖੌਤੀ ਅਕਾਲੀ ਖੋਤਿਆਂ ਨੂੰ ਸਿੱਖ ਸਟੇਟ ਤੇ ਪੰਜਾਬੀ ਬੋਲੀ ਦੇ ਗਧੀ ਗੇੜ ਚ ਪਾ ਕੇ 175 ਸੀਟਾਂ ਵਾਲੇ ਪੰਜਾਬ ਨੂੰ ਮਾਤਰ 20 ਸੀਟਾਂ ਵਿੱਚ ਹੀ ਨਿਪਟਾ ਦਿੱਤਾ ਤੇ ਕੱਲੇ ਜਾਗਦੀ ਜ਼ਮੀਰ ਵਾਲੇ ਸਿੱਖ ਦੀ ਸਰਕਾਰੀ ਵੱਢ ਟੁੱਕ ਕਰਵਾ ਕੇ ਸਿੱਖਾਂ ਨੂੰ ਫੁੱਕਣ, ਦੱਬਣ ਤੇ ਮਕਾਨ ਲਈ ਬੇਨਾਮ ਸ਼ਮਸ਼ਾਨ ਖਲਾਰਾਸਤਾਨ ਪੰਜਾਬੀ ਸੂੰਡੇ ਨੂੰ ਹੋਂਦ ਵਿੱਚ ਲਿਆਂਦਾ। 1966 ਤੋਂ 1977 ਪੁਰਾਤਨ ਅਕਾਲੀ ਲਹਿਰ ਦੇ ਅਕਾਲੀਆਂ ਦਾ ਭੋਗ ਪਾ ਕੇ ਅਖੌਤੀ ਅਕਾਲੀ ਖੋਤਿਆਂ ਦੇ ਸ਼੍ਰੋਮਣੀ ਅਕਾਲੀ ਦਲ ਬਨਾਮ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਮੂਹਰੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਆਪਣਾ ਕਬਜ਼ਾ ਕਰ ਲਿਆ ਤੇ ਬਾਅਦ ਵਿੱਚ ਮਤਲਬ ਨਿਕਲਣ ਪਿੱਛੋਂ ਟੋੜੇ ਨਾਲ ਵੀ ਉਹੀ ਸਲੂਕ ਕੀਤਾ ਗਿਆ ਜੋ ਬਾਬਾ ਸੰਤ ਫਤਿਹ ਸਿੰਘ ਜੀ ਨਾਲ ਕੀਤਾ ਗਿਆ ਸੀ। ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਾਂਗਰਸ ਦਾ ਹੱਥ ਵੀ ਪੱਥਰ ਥੱਲੇ ਨਿਕਲ ਗਿਆ ਤੇ ਉਹ ਵੀ ਇਹਨਾਂ ਅਖੌਤੀ ਅਕਾਲੀ ਖੋਤਿਆਂ ਦੇ ਭੈਣ ਤੋਂ ਮੁਕਤ ਹੋ ਗਈ ਤੇ ਇਹਨਾਂ ਨੂੰ ਠੁੱਡ ਮਾਰ ਕੇ ਇੰਡੀਅਨ ਨੈਸ਼ਨਲ ਕਾਂਗਰਸ ਚੋਂ ਬਾਹਰ ਕੱਢਿਆ ਤੇ ਜਿਸ ਦਾ ਬਦਲਾ ਅਖੌਤੀ ਅਕਾਲੀ ਖੋਤਿਆਂ ਨੇ ਜਨਤਾ ਦਲ ਨਾਲ ਰਲ ਕੇ ਕਾਂਗਰਸ ਨੂੰ ਫੇਲ ਕਰਨ ਲਈ 1975 ਤੋਂ 1977 ਵਿੱਚ ਐਮਰਜੈਂਸੀ ਲੱਗਣ ਤੇ ਗਿਆਨੀ ਜੈਲ ਸਿੰਘ ਤੇ ਇੰਦਰਾ ਗਾਂਧੀ ਦੇ ਸਭ ਤੋਂ ਜ਼ਿਆਦਾ ਨੱਕ ਵਿੱਚ ਦਮ ਕਰਕੇ ਲਿਆ ਤੇ ਜਦੋਂ ਇੰਦਰਾ ਸਰਕਾਰ ਨੇ ਮੁੱਠੀ ਭਰ ਅਖੌਤੀ ਅਕਾਲੀ ਖੋਤਿਆਂ ਦੀ ਧਰਪਕੜ ਸ਼ੁਰੂ ਕੀਤੀ ਤਾਂ ਇਹਨਾਂ ਨੇ ਭੋਲੇ ਭਾਲੇ ਸਿੱਖਾਂ ਨੂੰ ਮੂਹਰੇ ਕਰਕੇ ਸਰਕਾਰੀ ਤਸੀਹਿਆਂ ਦਾ ਸ਼ਿਕਾਰ ਬਣਵਾਇਆ ਤੇ ਡੰਡੇ ਗੋਲੀਆਂ ਤੇ ਜੇਲ੍ਹਾਂ ਵਿੱਚ ਡੱਕ ਕੇ ਸਿੱਖਾਂ ਦਾ ਸਰਕਾਰੀ ਕਤਲੇਆਮ ਸ਼ੁਰੂ ਕਰਵਾਇਆ ਜਿਹੜਾ ਹਜੇ ਵੀ ਜਾਰੀ ਹੈ। 1978 ਤੋਂ 1983 ਨਕਲੀ ਨਿਰੰਕਾਰੀ ਕਾਂਡ ਜਾਂ ਕਹਿ ਲਵੋ ਅਖੌਤੀ ਅਕਾਲੀ ਖੋਤਿਆਂ ਵੱਲੋਂ ਸਿੱਖਾਂ ਦੀ ਪੰਥ ਤੇ ਗ੍ਰੰਥ ਪ੍ਰਤੀ ਸੰਵੇਦਨਸ਼ੀਲਤਾ ਨੂੰ ਜਾਂਚਣ ਲਈ ਕੀਤਾ ਗਿਆ ਤਜਰਬਾ, ਜਿਸ ਦੇ ਨਤੀਜੇ ਵਜੋਂ ਧਰਮ ਦੇ ਨਾਮ ਤੇ 13 ਸਿੰਘਾਂ ਦਾ ਸਰਕਾਰੀ ਕਤਲੇਆਮ ਕਰਵਾ ਕੇ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਿਲਸਿਲਾ ਪੂਰੇ ਪੰਜਾਬ ਭਰ ਵਿੱਚ ਸ਼ੁਰੂ ਕਰਵਾਇਆ ਤੇ ਸਿੱਖ ਜਥੇਬੰਦੀਆਂ ਦੇ ਕੇਂਦਰ ਤੇ ਪ੍ਰਤੀ ਉਪਜੇ ਰੋਸ਼ ਨੂੰ ਧਾਰਮਿਕ ਜਾਮਾ ਪਵਾ ਕੇ 1980 ਵਿੱਚ ਧਰਮ ਯੁੱਧ ਮੋਰਚੇ ਦੇ ਨਾਂ ਹੇਠ ਇਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥੀ ਥਾਪੀ ਦਮਦਮੀ ਟਕਸਾਲ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਪੰਜਾਬ ਦੇ ਪਾਣੀ, ਬੋਲੀ ਤੇ ਚੰਡੀਗੜ੍ਹ ਦੇ ਕੌਮੀ ਮਸਲੇ ਨੂੰ ਧਾਰਮਿਕ ਮਸਲਾ ਬਣਾ ਕੇ ਦੁਨੀਆ ਮੂਹਰੇ ਪੇਸ਼ ਕੀਤਾ ਤੇ ਖੱਬੇ ਪੱਖੀ ਮੁਸਲਿਮ ਹਿਮਾਇਤੀ ਕਾਂਗਰਸ ਸਰਕਾਰ ਨੂੰ ਹਿੰਦੂਆਂ ਤੇ ਬਾਹਮਣਾਂ ਦੀ ਸੱਜੇ ਪੱਖੀ ਹਮਾਇਤੀ ਸਰਕਾਰ ਦੱਸ ਕੇ ਇਸ ਨੂੰ ਪੂਰੇ ਭਾਰਤ ਵਿੱਚ ਵਸਦੇ ਸਿੱਖਾਂ ਦਾ ਦੁਸ਼ਮਣ ਗਰਦਾਨਿਆ ਤੇ ਅਖੌਤੀ ਅਕਾਲੀ ਖੋਤਿਆਂ ਦੀ ਇਸ ਮੂਰਖਤਾ ਦਾ ਪੂਰਾ ਫਾਇਦਾ ਚੁੱਕਦੇ ਹੋਏ ਕੇਂਦਰ ਤੇ ਰਾਜ ਵਿੱਚ ਬੈਠੀ ਮੁਸਲਿਮ ਹਮਾਇਤੀ ਖੱਬੇ ਪੱਖੀ ਕਾਂਗਰਸੀ ਸਰਕਾਰ ਨੇ ਸੱਜੇ ਪੱਖੀ ਹਿੰਦੂ ਬਣ ਕੇ ਪੂਰੇ ਭਾਰਤ ਵਿੱਚ ਵਸਦੇ ਭੋਲੇ ਭਾਲੇ ਸਿੱਖਾਂ ਦੀ ਮੱਥੇ ਤੇ ਅਲਗਾਵਵਾਦੀ, ਵੱਖਵਾਦੀ ਤੇ ਅੱਤਵਾਦੀ ਦੀ ਮੋਹਰ ਲਾ ਕੇ ਪੂਰੇ ਦੇਸ਼ ਵਿੱਚ ਵਸਦੇ 2% ਸਿੱਖਾਂ ਖਿਲਾਫ 98% ਬਹੁਗਿਣਤੀ ਹਿੰਦੂਆਂ ਵਿੱਚ ਫਿਰਕੂ ਨਫ਼ਰਤ ਫੈਲਾਈ ਤੇ ਸਿੱਖਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਕਤਲ ਕਰਵਾਉਣ ਲਈ ਉਕਸਾਉਣਾ ਸ਼ੁਰੂ ਕੀਤਾ। 1984 ਤੋਂ 1996 ਨਿਹੰਗ ਸਿੰਘ ਜਥੇਬੰਦੀਆਂ ਨਾਲ ਦਾਲ ਵੰਡ ਕੇ ਧਰਮ ਯੁੱਧ ਮੋਰਚੇ ਤੇ ਟਕਸਾਲੀਆਂ ਨਾਲ ਜੂਨ ਮਰਨ ਦੀ ਕਸਮਾਂ ਖਾਣ ਵਾਲੇ ਅਖੌਤੀ ਅਕਾਲੀ ਖੋਤੇ ਆਪਰੇਸ਼ਨ ਬਲੂ ਸਟਾਰ ਦੌਰਾਨ ਸੈਂਕੜੇ ਹਜ਼ਾਰਾਂ ਬੇਦੋਸ਼ੇ ਸਿੱਖ ਸੰਗਤਾਂ ਦੇ ਟਕਸਾਲੀਆਂ ਦੀ ਵੱਢ ਟੁਕ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਕੰਪਲੈਕਸ ਨੂੰ ਸਰਕਾਰੀ ਬੁੱਚੜਖਾਨਾ ਬਣਾ ਕੇ ਉੱਥੋਂ ਦੀ ਦੁਮ ਦਬਾ ਕੇ ਭੱਜ ਖੜੇ ਹੋਏ। 1984 ਵਿੱਚ ਚਲਾਏ ਗਏ ਬਲੂ ਸਟਾਰ ਆਪਰੇਸ਼ਨ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਢਾਇਆ ਗਿਆ, ਹਜ਼ਾਰਾਂ ਸਿੰਘ ਸਿੰਘਣੀਆਂ ਤੇ ਭਜੰਗੇ ਸ਼ਹੀਦ ਹੋਏ। 1740 ਵਿੱਚ ਸਿੱਖਾਂ ਦੀ ਵੱਢ ਟੁਕ ਲਈ ਜ਼ਕਰੀਆ ਖਾਨ ਵੱਲੋਂ ਚਲਾਏ ਆਪਰੇਸ਼ਨ ਗਸ਼ਤੀ ਦਲ ਦੀ ਤਰਜ਼ ਤੇ ਆਪਰੇਸ਼ਨ ਬਲੈਕ ਥੰਡਰ ਦੇ ਨਾਂ ਹੇਠ ਕਾਂਗਰਸੀ ਹਕੂਮਤਾਂ ਨੇ ਸਿੱਖਾਂ ਨੂੰ ਅੱਤਵਾਦੀ ਤੇ ਉਗਰਵਾਦੀ ਕਰਾਰ ਦੇ ਕੇ ਬਚੇ ਹੋਏ ਟਕਸਾਲੀਆਂ ਨੂੰ ਕਤਲ ਕਰਨ ਲਈ ਮੁਖਬਰੀ ਕਰਵਾ ਕੇ ਧਰਪਕੜ ਕਰਨੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ 'ਚ ਇੰਦਰਾ ਗਾਂਧੀ ਦਾ ਕਤਲ ਹੋਇਆ। ਆਪਣੀ ਮਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਪੂਰੀ ਸਿੱਖ ਕੌਮ ਦੇ ਮੱਥੇ ਮਾਰ ਕੇ ਰਾਜੀਵ ਗਾਂਧੀ ਨੇ ਹਿੰਦੂ ਪੱਤਾ ਖੇਲਿਆ ਤੇ ਭਾਰਤ ਵਿੱਚ ਵਸਦੇ ਬਹੁਗਿਣਤੀ ਹਿੰਦੂਆਂ ਹੱਥੋਂ ਦਿੱਲੀ, ਕਾਨਪੁਰ, ਬੋਕਾਰੋ ਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ 5 ਦਿਨਾਂ ਅੰਦਰ 12,000 ਸਿੰਘ ਸਿੰਘਣੀਆਂ ਤੇ ਉਹਨਾਂ ਦੇ ਬੱਚਿਆਂ ਦਾ ਸਾੜ ਫੂਕ ਕੇ ਤੇ ਬਲਾਤਕਾਰ ਕਰਵਾ ਕੇ ਮੌਤ ਦੇ ਘਾਟ ਉਹਨਾਂ ਨੂੰ ਉਤਰਵਾ ਦਿੱਤਾ ਤੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੂੰ ਲੁੱਟ ਪੱਟ ਕੇ ਅੱਗ ਦੇ ਹਵਾਲੇ ਕਰ ਦਿੱਤਾ। ਪਰ ਅੱਜ ਆਪਣੇ ਆਪ ਨੂੰ ਦਿੱਲੀ ਤੇ ਪੰਜਾਬ ਦੇ ਸਿੱਖਾਂ ਦੀ ਆਵਾਜ਼ ਦੱਸਣ ਵਾਲੇ ਇਹ ਅਖੌਤੀ ਅਕਾਲੀ ਖੋਤੇ ਉਸ ਵੇਲੇ ਕਿਸੇ ਸਿੱਖ ਪਰਿਵਾਰ ਦੇ ਜ਼ਖਮਾਂ ਨੂੰ ਮੱਲਮ ਲਾਉਂਦੇ ਨਜ਼ਰ ਨਹੀਂ ਆਏ। ਜੇਕਰ ਕੋਈ ਇੱਕ ਵੀ ਪ੍ਰਮਾਣ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤੇ ਦੇ ਪ੍ਰਧਾਨ ਬਾਦਲ ਟੱਬਰ ਦਾ ਇੱਕ ਵੀ ਜੀ 1984 ਵਿੱਚ ਦੰਗਾ ਪੀੜਤਾਂ
ਦੇ ਨਾਲ ਪੀੜਤ ਕਲੋਨੀ ਵਿੱਚ ਖੜਿਆ ਦਿਖਾ ਦੇਵੇ ਤਾਂ ਮੈਂ ਉਸ ਨੂੰ ਤੁਰੰਤ 10,000 ਰੁਪਏ ਇਨਾਮ ਦੇਵਾਂਗਾ। 1985 ਵਿੱਚ ਰਾਜੀਵ ਲੌਂਗੋਵਾਲ ਸਮਝੌਤਾ ਹੋਣ ਤੋਂ ਬਾਅਦ ਜਦ ਲੌਂਗੋਵਾਲ ਦਾ ਵੀ 1985 ਵਿੱਚ ਕਤਲ ਹੋ ਗਿਆ ਤਾਂ ਕੇਂਦਰ ਵਿੱਚ ਬੈਠੀ ਕਾਂਗਰਸ ਸਰਕਾਰ ਨੇ ਇਹ ਨਿਚੋੜ ਕੱਢਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤੇ ਨਾ ਤਾਂ ਆਪਣਿਆਂ ਦੇ ਸਗੇ ਹਨ ਤੇ ਨਾ ਪਰਾਇਆਂ ਦੇ। ਇਸ ਕਰਕੇ ਰਾਜੀਵ ਸਰਕਾਰ ਨੇ ਆਪਣੀ ਕੈਬਨਿਟ ਦੀ ਜਾਨ ਬਚਾਉਣ ਲਈ ਪੰਜਾਬ ਵਿੱਚ ਆਤੰਕਵਾਦ ਦੇ ਖਾਤਮੇ ਦੇ ਨਾਮ ਤੇ ਸਿੱਖ ਨੌਜਵਾਨਾਂ ਦੇ ਲਹੂ ਦੀਆਂ ਨਦੀਆਂ ਬਹਾਣੀਆਂ ਸ਼ੁਰੂ ਕਰ ਦਿੱਤੀਆਂ। 1985 ਵਿੱਚ ਸਮੁੱਚੇ ਟਕਸਾਲੀਆਂ ਦੀਆਂ ਲਾਸ਼ਾਂ ਤੇ ਲੌਂਗੋਵਾਲ ਦੇ ਕਤਲ ਉੱਪਰ ਮਗਰਮੱਛ ਦੇ ਹੰਝੂ ਬਹਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤਿਆਂ ਨੇ ਪੰਜਾਬ ਵਿੱਚ ਆਪਣੀ ਸਰਕਾਰ ਬਣਦੇ ਸਾਰੀ ਸਮੁੱਚੀ ਕੌਮੀ ਵਿਰਾਸਤਾਂ ਤੇ ਕਬਜ਼ਾ ਕੀਤਾ ਤੇ ਪੰਥ ਦਰਦੀਆਂ ਨੂੰ ਕੁਚਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਸ਼ਮੇਸ਼ ਪਿਤਾ ਦੀ ਥਾਪੀ, ਦਮਦਮੀ ਟਕਸਾਲ ਤੇ ਅਕਾਲ ਤਖਤ ਨੂੰ ਆਪਣੇ ਪੈਰਾਂ ਦੀ ਖੁਰਾਂ ਵਿੱਚ ਨਾਲ ਬਣਾ ਕੇ ਠੋਕ ਲਿਆ। ਤੇ ਜੇਕਰ ਕੋਈ ਪੰਥ ਦਰਦੀ ਇਸ ਸ਼ੇਰ ਦੀ ਖਲ ਵਿੱਚ ਲੁਕੇ ਬੈਠੇ ਅਖੌਤੀ ਅਕਾਲੀ ਖੋਤਿਆਂ ਨੂੰ ਲਲਕਾਰਦਾ ਹੈ ਤਾਂ ਇਹ ਟਕਸਾਲੀਆਂ ਨੂੰ ਮੂਹਰੇ ਕਰਕੇ ਉਸ ਦੀ ਛਬੀਲ ਲਗਵਾ ਦਿੰਦੇ ਹਨ। ਪਰ ਜਦੋਂ 1985 ਵਿੱਚ ਇਹਨਾਂ ਦੀ ਖੁਦ ਦੀ ਸਰਕਾਰ ਦੌਰਾਨ ਪੁਲਿਸ ਸਿੱਖਾਂ ਨੂੰ ਖਾੜਕੂ ਗਰਦਾਨ ਕੇ ਸਿੰਘਾਂ ਸਿੰਘਣੀਆਂ ਤੇ ਭੁਜੰਗੀਆਂ ਦਾ ਝੂਠੇ ਮੁਕਾਬਲੇ ਦਿਖਾ ਕੇ ਕਤਲੇਆਮ ਤੇ ਬਲਾਤਕਾਰ ਕਰ ਰਹੀ ਸੀ, ਉਦੋਂ ਇਹਨਾਂ ਅਖੌਤੀ ਅਕਾਲੀ ਖੋਤਿਆਂ ਨੇ ਕਿਸੇ ਵੀ ਦੋਸ਼ੀ ਪੁਲਿਸ ਤੇ ਪ੍ਰਸ਼ਾਸਨ ਵਾਲੇ ਦੀ ਜਾ ਕੇ ਕਦੇ ਛਬੀਲ ਨਹੀਂ ਲਗਵਾਈ, ਬਲਕਿ ਸਿੱਖਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਮੁਕਾਉਣ ਵਾਲੇ ਡੀਜੀਪੀ ਸੁਮੇਧ ਸੈਣੀ ਤੇ ਆਲਮੀ ਸੈਨਾ ਦੇ ਇਜ਼ਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਕੇ ਸਰੋਪੇ ਦਿੱਤੇ। ਸਿੱਖਾਂ ਦੀ ਜੁਰਤ ਤੇ ਕਿਰਪਾਨ ਤੋਂ ਭੈ ਖਾਂਦੀ ਖੱਬੇ ਪੱਖੀ ਗਾਂਧੀਵਾਦੀ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤਿਆਂ ਨੂੰ ਕੇਵਲ ਗੁਰਦੁਆਰਿਆਂ ਤੱਕ ਹੀ ਸੀਮਿਤ ਰੱਖਣਾ ਚਾਹੁੰਦੀ ਸੀ। ਇਸ ਲਈ ਅਖੌਤੀ ਅਕਾਲੀ ਖੋਤਿਆਂ ਦੀ ਸਰਕਾਰ ਢਾਹ ਕੇ 1987 ਵਿੱਚ ਜਾਂਦਾ ਗਿਆਨੀ ਜੈਲ ਸਿੰਘ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਗਿਆ ਤੇ ਰਾਜੀਵ ਗਾਂਧੀ ਨੇ KPS ਗਿੱਲ ਨੂੰ ਜ਼ਕਰੀਆ ਖਾਂ ਬਣਾ ਕੇ ਬੇਕਸੂਰ ਸਿੰਘ ਸਿੰਘਣੀਆਂ ਤੇ ਭੁਜੰਗੀਆਂ ਦੇ ਕਤਲੇਆਮ ਤੇ ਬਲਾਤਕਾਰ ਕਰਵਾਉਣ ਲਈ ਪੰਜਾਬ ਦੀ ਹਿੱਕ ਤੇ ਲਿਆ ਚਾੜਿਆ। 1992 ਦੀ ਮੁੱਖ ਮੰਤਰੀ ਚੋਣਾਂ ਵਿੱਚ ਪੰਜਾਬ ਦੇ ਸਿੱਖਾਂ ਨੇ ਮੁੜ ਅਖੌਤੀ ਅਕਾਲੀ ਖੋਤਿਆਂ ਨੂੰ ਪੰਥਕ ਖੇਤ ਚੋਂ ਖਦੇੜਨ ਲਈ ਸਿਮਰਜੀਤ ਸਿੰਘ ਮਾਨ ਪਿੱਛੇ ਲੱਗ ਕੇ ਚੋਣਾਂ ਦਾ ਬਾਈਕਾਟ ਕੀਤਾ ਤੇ ਅਖੌਤੀ ਅਕਾਲੀ ਖੋਤਿਆਂ ਨੂੰ ਭਾਜੜਾਂ ਪਾਈਆਂ। ਮਾਤਰ 24% ਵੋਟਾਂ ਨਾਲ ਬੇਅੰਤ ਸਿੰਘ ਨੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਈ, ਪਰ ਸਿੱਖਾਂ ਦੀ ਅਣਖ ਕੇਂਦਰ ਵਿੱਚ ਬੈਠੀ ਕਾਂਗਰਸ ਤੇ ਕੇਂਦਰ ਤੋਂ ਬਾਹਰ ਬੈਠੇ ਅਖੌਤੀ ਅਕਾਲੀ ਖੋਤਿਆਂ ਦੀ ਅੱਖ ਦੀ ਰੜਕ ਸਾਬਿਤ ਹੋਈ, ਜਿਸਨੇ ਬਚੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਦੀ ਮੁਖਬਰੀ ਕਰਵਾ ਕੇ ਤਕਰੀਬਨ 9 ਸਾਲ ਅੰਦਰ 1.25 ਲੱਖ ਦੇ ਆਸ-ਪਾਸ ਮਾਸੂਮ ਬੇਦੋਸ਼ੀ ਸਿੰਘ ਸਿੰਘਣੀਆਂ ਤੇ ਭੁਜੰਗੀਆਂ ਨੂੰ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੇ ਇਸ਼ਾਰੇ ਤੇ ਸਰਕਾਰੀ ਬੁੱਚੜ ਡਾਇਰੈਕਟਰ ਜਨਰਲ ਆਫ ਪੁਲਿਸ ਸਰਦਾਰ KPS ਗਿੱਲ ਹੱਥੋਂ ਇਤਨੇ ਤਸੀਹੇ ਦੇ ਕੇ ਮਰਵਾਇਆ ਕਿ ਇਹਨਾਂ ਦੀ ਦਰਿੰਦਗੀ ਮੂਰੇ ਅਬਦਾਲੀ, ਮੀਰ ਮੰਨੂ ਤੇ ਨਾਦਰੀ ਸ਼ਾਹ ਵੱਲੋਂ ਸਿੱਖਾਂ ਨੂੰ ਦਿੱਤੇ ਤਸੀਹੇ ਵੀ ਪਿੱਛੇ ਛੁੱਟ ਗਏ। ਪਰ ਕੇਂਦਰ ਸਰਕਾਰ ਵਿੱਚ ਬੈਠੇ ਰਾਜੀਵ ਗਾਂਧੀ ਦੇ ਤਮੰਚੇ ਤੋਂ ਸਿੱਧੀ ਗੋਲੀ ਆਪਣੇ ਖੋਪੜੇ ਵਿੱਚ ਲੱਗਣ ਤੋਂ ਡਰਦੇ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤਿਆਂ ਨੇ ਸਿੱਖਾਂ ਤੇ ਹੁੰਦੇ ਸਰਕਾਰੀ ਹੱਤਿਆਚਾਰ, ਕਤਲੇਆਮ, ਬਲਾਤਕਾਰਾਂ ਖਿਲਾਫ ਕਦੇ ਵੀ ਜਰਾ ਉਫ ਤੱਕ ਨਾ ਕੀਤੀ ਤੇ ਕਾਂਗਰਸ ਤੋਂ ਆਪਣੀ ਜਾਨਾਂ ਬਚਾਉਣ ਲਈ 1992 ਦੀਆਂ ਚੋਣਾਂ ਵਿੱਚ ਪਲਟੀ ਮਾਰ ਕੇ ਆਪਣੇ ਤਬੇਲਿਆਂ ਵਿੱਚ ਵੜ ਕੇ ਸੌਂ ਗਏ ਤੇ ਉਦੋਂ ਤੱਕ ਨਹੀਂ ਜਾਗੇ ਜਦੋਂ ਤੱਕ ਧਮਾਕਿਆਂ ਦੀ ਆਵਾਜ਼ ਨਾਲ ਰਾਜੀਵ ਗਾਂਧੀ ਦੇ ਪਰਖੱਚੇ ਨਾ ਉੜ ਗਏ ਹੋਣ, ਯਾਨੀ ਜੈਲ ਸਿੰਘ ਦੇ ਪਰਖੱਚੇ ਨਾ ਉੜ ਗਏ ਹੋਣ, ਸਰਦਾਰ ਬੇਅੰਤ ਸਿੰਘ ਦੇ ਪਰਖੱਚੇ ਨਾ ਉੜ ਗਏ ਹੋਣ ਤੇ ਡਾਇਰੈਕਟਰ ਜਨਰਲ ਆਫ ਪੁਲਿਸ KPS ਗਿੱਲ ਪੰਜਾਬ ਤੋਂ 1995 ਤੱਕ ਉਡਾਰੀ ਨਹੀਂ ਮਾਰ ਗਿਆ ਹੋਵੇ। ਸਨ 1996 ਵਿੱਚ ਮੋਗਾ ਕਨਵੈਨਸ਼ਨ ਦੌਰਾਨ ਪੰਥ ਖਾਲਸੇ ਦੀ ਸਿਰਮੌਰ ਜਥੇਬੰਦੀ ਮਿਸਲ ਅਕਾਲੀ ਸ਼ਹੀਦਾਂ ਚੋਂ ਨਿਕਲੇ ਪੁਰਾਤਨ ਅਕਾਲੀ ਸ਼ੇਰਾਂ ਦੀ ਖਲ ਆਪਣੇ ਉੱਪਰ ਲਾ ਕੇ 1966 ਤੋਂ 1996 ਤੱਕ 2.25 ਲੱਖ ਦੇ ਆਸ-ਪਾਸ ਭਾਰਤ ਵਿੱਚ ਵਸਦੇ ਸਿੱਖਾਂ ਨੂੰ ਸ਼ਹੀਦ ਕਰਵਾ ਕੇ ਅਖੌਤੀ ਅਕਾਲੀ ਖੋਤਿਆਂ ਨੇ ਲਿਬਰਲ ਭਾਵ ਉਦਾਰਵਾਦੀ ਖਾਲਸਾ ਪੰਥ ਤਿਆਗ ਕੇ ਪੰਥ ਨਿਰਪੱਖ ਭਾਵ ਸੈਕੂਲਰ ਪੰਜਾਬੀਅਤ ਅਤੇ ਪੰਜਾਬੀ ਬਣਨ ਦਾ ਐਲਾਨ ਕਰਕੇ 100 ਸਾਲ ਪਹਿਲਾਂ ਜਿਹੜੇ ਬੁੱਝਲ ਖੋਤਿਆਂ ਨੂੰ ਛੱਡ ਕੇ ਆਏ ਸੀ ਵਾਪਸ ਉਹਨਾਂ ਖੋਤਿਆਂ ਵਿੱਚ ਹੀ ਜਾ ਕੇ ਰਲ ਗਏ ਤੇ 1997 ਦੀਆਂ ਚੋਣਾਂ ਵਿੱਚ ਸੱਜੇ ਪੱਖੀ BJP ਨਾਲ ਗਠਬੰਧਨ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ 12 ਗੈਰ ਸਿੱਖਾਂ ਨੂੰ ਚੋਣਾਂ ਲੜਾ ਕੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਦੇ ਦਿੱਤਾ ਕਿ ਅਸੀਂ ਅਕਾਲੀ ਨਹੀਂ ਅਖੌਤੀ ਅਕਾਲੀ ਖੋਤੇ ਹਾਂ ਤੇ ਇਸ ਗੱਲ ਦੀ ਗਵਾਹੀ ਸ਼੍ਰੋਮਣੀ ਅਕਾਲੀ ਦਲ ਦੀ ਨਿੱਜੀ ਵੈਬਸਾਈਟ ਵੀ ਭਰਦੀ ਹੈ। ਆਪ ਖੁਦ ਹੀ ਦੇਖ ਲਓ ਕਿ ਭਾਰਤ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਮ ਭਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਬਨਾਮ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 100 ਸਾਲਾਂ ਦੇ ਜੀਵਨ ਚੱਕਰ ਵਿੱਚ ਸਿੱਖ ਪੰਥ ਨਾਲ ਸਭ ਤੋਂ ਵੱਡੇ ਵਾਪਰੇ ਦੁਖਾਂਤ ਅਗਸਤ 1947 ਦੇ ਦੇਸ਼ ਵੰਡ ਦੇ ਸਿੱਖ ਵਿਰੋਧੀ ਦੰਗੇ ਤੇ ਜੂਨ ਆਪਰੇਸ਼ਨ ਬਲੂ ਸਟਾਰ ਤੇ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਕੋਈ ਜ਼ਿਕਰ ਹੀ ਨਹੀਂ ਤੇ 1985 ਤੋਂ 2008 ਤੱਕ ਲਹੂ ਲੁਹਾਨ ਹੋਏ ਸਿੱਖ ਪੰਥ ਨੂੰ ਉਹਦੇ ਹਾਲ ਤੇ ਛੱਡ ਕੇ ਸੁਖਬੀਰ ਬਾਦਲ ਦੀ ਤਾਜਪੋਸ਼ੀ ਤੱਕ 23 ਸਾਲ ਇਹ ਅਖੌਤੀ ਅਕਾਲੀ ਖੋਤਿਆਂ ਦਾ ਟੋਲਾ ਕਿੱਥੇ ਭਗੌੜਾ ਰਿਹਾ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਮੈਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਜੀ ਅਫੀਸ਼ੀਅਲ ਵੈਬਸਾਈਟ ਉਹ ਦਿਖਾ ਦਿੰਦਾ। ਇਹ ਮੈਂ ਕਲਿੱਕ ਕੀਤਾ, ਦੇਖਦੇ ਇਹਨਾਂ ਦੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਅਫੀਸ਼ੀਅਲ ਵੈਬਸਾਈਟ ਆ ਗਈ ਹੈ ਜੀ। ਦੇਖਦੇ ਇਹਨਾਂ ਦੇ 100 ਸਾਲ ਜਿਹੜੇ ਮਨਾ ਰਹੇ ਆ, ਆਪਣੀ ਜਿਹੜੀ ਵਰ੍ਹੇਗੰਢ ਮਨਾ ਰਹੇ ਆ 100 ਸਾਲ, ਉਹ 'ਚ ਇਹਨਾਂ ਨੇ ਆਪਣੀ ਕੀ ਹਿਸਟਰੀ ਦਿਖਾਈ ਹੈ ਤੇ ਇਹਦੀ ਟਾਈਮਲਾਈਨ ਕੀ ਹੈ, ਆਓ ਦਿਖਾ ਦਿੰਦਾ ਜੀ ਤੁਹਾਨੂੰ। ਇਹ ਜੀ ਇਹ ਹਿਸਟਰੀ, ਟਾਈਮਲਾਈਨ, ਵਿਜ਼ਨ ਤਿੰਨੋਂ ਦਿੱਤੇ ਹੋਏ ਆ। ਇਹ ਦੇਖਦੇ ਆ ਇਹਨਾਂ ਦੀ 100 ਸਾਲ ਦੀ ਕੀ ਹਿਸਟਰੀ ਹੈ, ਚੈੱਕ ਕਰ ਲਓ ਜੀ ਤੁਸੀਂ। ਇਹ ਦੇਖੋ ਸਾਧ ਸੰਗਤ ਜੀ, ਇਹ 4 ਅੱਖਰਾਂ ਦੇ ਵਿੱਚ ਇਹਨੇ 100 ਸਾਲ ਦੀ ਹਿਸਟਰੀ ਸ਼੍ਰੋਮਣੀ ਅਕਾਲੀ ਦਲ ਨੇ ਨਿਪਟਾਤੀ। ਇਹ ਇਹਦੀ 100 ਸਾਲ ਦੀ ਹਿਸਟਰੀ ਹੈ, ਇਹਦਾ ਕੋਈ ਪੇਜ ਨਹੀਂ ਅੱਗੇ ਪਿੱਛੇ, ਬਸ ਇਹ ਇਹਨਾਂ ਦੀ ਪੂਰੀ ਜਿਹੜੀ 100 ਸਾਲ 'ਚ ਜਿਹੜੀ ਇਹਨਾਂ ਨੇ ਕਿਰਿਆਕਰਮ ਕੀਤੇ ਹੈਗੇ, ਉਹ ਸਾਰਾ ਇਹਦਾ 100 ਸਾਲ ਦਾ ਨਿਚੋੜ, ਇਹ 4 ਲਾਈਨਾਂ ਹੈ ਜੀ ਇਹਨਾਂ ਦੀ ਹਿਸਟਰੀ ਦੀਆਂ, ਸ਼੍ਰੋਮਣੀ ਅਕਾਲੀ ਦਲ ਦੀਆਂ। ਹੁਣ ਮੈਂ ਇਹਨਾਂ ਦੀ ਟਾਈਮਲਾਈਨ ਵੀ ਦਿਖਾ ਦਿੰਦਾ। ਜੀ ਇਹਦੀ ਟਾਈਮਲਾਈਨ ਦੇਖ ਲਓ। ਇਹ ਦੇਖੋ ਜੀ, ਇਹ 1985 ਤੋਂ 2008 ਤੱਕ 23 ਸਾਲ ਇਹਨਾਂ ਦੇ ਭਾਣੇ ਕੁਝ ਵਰਤਿਆ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ। ਨਾ 1984 ਵਰਤੀ, ਨਾ ਆਪਰੇਸ਼ਨ ਬਲੂ ਸਟਾਰ ਵਰਤਿਆ, ਨਾ ਆਪਰੇਸ਼ਨ ਬਲੈਕ ਥੰਡਰ ਵਰਤਿਆ, ਨਾ ਸਿੱਖਾਂ ਨੂੰ ਖਾੜਕੂ ਬਣਾ ਕੇ ਜਿਹੜਾ ਕਤਲੇਆਮ ਦੀ ਨੇਰੀ ਚੱਲੀ, ਉਸਦਾ ਕੋਈ ਜ਼ਿਕਰ ਕੁਝ ਨਹੀਂ। ਆਹ ਦੇਖ ਲਓ ਜੀ, ਇਹ ਕੁਝ ਨਹੀਂ ਹੋਇਆ ਜੀ। ਇਹ ਸਿਰਫ ਹਰਚੰਦ ਸਿੰਘ ਦਾ ਰਾਜੀਵ ਗਾਂਧੀ ਨੇ ਲੌਂਗੋਵਾਲ ਦਾ ਹਰਚੰਦ ਸਿੰਘ ਲੌਂਗੋਵਾਲ ਦਾ ਰਾਜੀਵ ਗਾਂਧੀ ਨਾਲ ਸਿਰਫ ਐਗਰੀਮੈਂਟ ਹੋਇਆ ਦਿਖਾਇਆ, ਹੋਰ ਕੁਝ ਨਹੀਂ ਹੋਇਆ ਜੀ। ਬਸ 82 ਤੋਂ 84 ਕੁਝ, 82 ਤੋਂ 85 ਤੱਕ ਕੁਝ ਨਹੀਂ ਹੋਇਆ ਇਹਨਾਂ ਦਾ, ਦੇਖ ਲਓ, ਕੁਝ ਨਹੀਂ ਦਿਖਾ ਰਹੇ। ਉਸ ਤੋਂ ਬਾਅਦ ਕੋਈ ਭਾਣਾ ਜਿਹੜਾ ਐਡਾ ਵੱਡਾ ਵਰਤਿਆ, ਉਸਦਾ ਕੋਈ ਜ਼ਿਕਰ ਨਹੀਂ। 2008 ਤੋਂ ਇਹ ਦੱਸ ਰਹੇ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਸੀ, ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਬਣ ਗਿਆ। ਅੱਜ 2021 ਚੱਲ ਰਿਹਾ, ਤਕਰੀਬਨ 15 ਸਾਲ ਦੇ ਵਿੱਚ ਇਹਨਾਂ ਨੂੰ ਕੋਈ ਸੁਖਬੀਰ ਸਿੰਘ ਬਾਦਲ ਦੀ ਟੱਕਰ ਦਾ ਸ਼੍ਰੋਮਣੀ ਅਕਾਲੀ ਦਲ 'ਚ ਬੰਦਾ ਹੀ ਨਹੀਂ ਮਿਲਿਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ। ਠੀਕ ਹੈ ਜੀ, ਵਰਨਾ 4 ਸਾਲ ਦੇ ਵਿੱਚ ਉਹ ਸਾਰੇ ਪ੍ਰਧਾਨ ਚੇਂਜ ਹੋਏ ਨੇ। ਇਹ ਪਰਮਾਨੈਂਟ ਸਿਟਿੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਹਿ ਗਿਆ ਹੈ। ਜਿੱਦਾਂ ਇਹਨੇ ਪਰਮਾਨੈਂਟ ਸਿਟਿੰਗ ਆਪਣੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀਤੀ ਹੈ, ਏਦਾਂ ਇਹਨੇ ਇੱਕ ਦਿਨ ਮਹਾਰਾਜ ਦੇ ਤਾਬੇ ਤੇ ਵੀ ਏਦਾਂ ਹੀ ਇਹਨੇ ਜੰਮ ਕੇ ਬਹਿ ਜਾਣਾ, ਦੇਹਧਾਰੀ ਗੁਰੂ ਬਣ ਕੇ, ਤੇ ਆਪਣੇ ਆਪ ਨੂੰ ਮੱਥੇ ਟਿਕਾਣੇ ਸ਼ੁਰੂ ਕਰ ਦੇਣੇ ਆ। ਇਹ ਮੈਂ ਨਹੀਂ ਕਹਿ ਰਿਹਾ, ਇਹ ਪੂਰਾ ਜਿਹੜਾ ਇਸ ਪੂਰੀ ਖੋਜ ਦਾ ਕਨਕਲੂਜਨ ਹੈ, ਉਹ ਨਿਸ਼ਕਰਸ਼ ਇਹੀ ਨਿਕਲ ਕੇ ਸਾਹਮਣੇ ਆ ਰਿਹਾ ਜੀ। ਸਾਧ ਸੰਗਤ ਜੀ, ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਦਿੱਲੀ ਕਮੇਟੀ ਦਾ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ 2021 ਦਿੱਲੀ ਗੁਰਦੁਆਰੇ ਦੀਆਂ ਚੋਣਾਂ ਵਿੱਚ ਨੋਮੀਨੇਸ਼ਨ ਭਰਨ ਵਾਲਾ ਉਮੀਦਵਾਰ ਮੰਨਿਆ ਹੈ, ਤੇ ਇਸ ਦਾ ਸਬੂਤ ਉਸਨੇ ਆਪਣੇ ਖੁਦ ਦੇ ਟਵਿੱਟਰ ਪੇਜ ਤੇ ਪੋਸਟ ਪਾ ਕੇ ਤੇ ਪੋਸਟਰ ਲਾ ਕੇ ਕੀਤਾ ਹੈ। ਆਪ ਖੁਦ ਦੇਖ ਲਵੋ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਹਰਮੀਤ ਸਿੰਘ ਕਾਲਕਾ ਦਾ ਟਵਿੱਟਰ ਪੇਜ ਹੈ, ਜੋ ਇਸਨੇ 5 ਅਪ੍ਰੈਲ ਨੂੰ ਜਿਹੜਾ ਹੈਗਾ ਪੋਸਟ ਪਾਈ ਹੈ, ਜਿਸ ਵਿੱਚ ਇਸਨੇ ਦਿਖਾਇਆ ਹੈ ਕਿ ਇਹ ਜੋ ਨੋਮੀਨੇਸ਼ਨ ਇਸਨੇ ਕਮੇਟੀ ਦੀ ਚੋਣਾਂ ਲਈ ਭਰਿਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਭਰਿਆ ਹੈ। ਇਸ ਗੱਲ ਨਾਲ, ਇਸ ਪੋਸਟਰ ਨਾਲ ਇਹ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ, ਉਹ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਬਜ਼ੇ ਵਿੱਚ ਹੈ। ਇਹ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਲੀਡਰਾਂ ਦੇ ਮੂਡ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਸੰਗਤ ਵਿੱਚ ਆਪਣੇ ਆਪ ਨੂੰ ਕਿੱਦਾਂ ਰਿਪਰੈਜ਼ੈਂਟੇਟ ਕਰਨਾ ਹੈ, ਕਿੱਦਾਂ ਉਹਨਾਂ ਨੇ ਆਪਣਾ, ਜਦੋਂ ਉਹਨਾਂ ਨੂੰ ਫਾਇਦਾ ਸ਼੍ਰੋਮਣੀ ਅਕਾਲੀ ਦਲ ਬਣ ਕੇ ਦਿਖੇ ਤਾਂ ਉਹ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਬਣ ਕੇ ਰਿਪਰੈਜ਼ੈਂਟੇਟ ਕਰਨਗੇ। ਜਿੱਥੇ ਉਹਨਾਂ ਨੂੰ ਫਾਇਦਾ ਸ਼੍ਰੋਮਣੀ ਅਕਾਲੀ ਦਲ ਬਣ ਕੇ ਬਾਦਲ ਬਣ ਕੇ ਦਿਖੂਗਾ, ਉਹ ਉੱਥੇ ਆਪਣੇ ਆਪ ਨੂੰ ਰਿਪਰੈਜ਼ੈਂਟੇਟ ਸ਼੍ਰੋਮਣੀ ਅਕਾਲੀ ਦਲ ਬਾਦਲ ਬਣ ਕੇ ਕਰੂੰਗੇ। ਕਿਉਂਕਿ ਇਹਨਾਂ ਨੂੰ ਬਹੁਤ ਵੱਡਾ ਭੁਲੇਖਾ ਹੈਗਾ ਕਿ ਸੰਗਤ ਜਿਹੜੀ ਹੈਗੀ ਹੈ ਉਹ ਅੰਨੀ ਬੋਲੀ ਹੈ, ਉਹਨਾਂ ਨੂੰ ਅਸੀਂ ਜੋ ਦਿਖਾਉਂਗੇ ਉਹ ਉਹੀ ਸੱਚ ਮੰਨੀ ਜਾਊਗੀ। ਇਹ ਭੁਲੇਖਾ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਦਿਮਾਗ ਚੋਂ ਬਿਲਕੁਲ ਕੱਢ ਦੇਵੇ। ਸੰਗਤ ਦੇ ਉੱਤੇ ਗੁਰੂ ਦੀ ਕਿਰਪਾ ਹੈ ਔਰ ਸੰਗਤ ਬਿਲਕੁਲ ਅਲਰਟ ਹੈ ਔਰ ਸੰਗਤ ਨੂੰ ਆਪਣੇ ਫਰਜ਼ ਦਾ ਚੰਗੀ ਤਰ੍ਹਾਂ ਨਾਲ ਪਤਾ ਹੈ। ਉਪਰੰਤ ਕਾਂਗਰਸ ਤੋਂ ਖਾਲਸਾ ਪੰਥ ਦੀਆਂ ਡਾਲੇ ਟਾਹਣੀਆਂ ਕਟਵਾ ਕੇ ਸਰਕਾਰ ਬਣਾਉਣ ਲਈ ਤਰਲੋਂ ਮੱਛੀ ਹੋਏ ਅਖੌਤੀ ਅਕਾਲੀ ਖੋਤਿਆਂ ਨੇ ਬਿਨਾਂ ਸ਼ਰਤ ਸੱਜੇ ਪੱਖੀ NDA BJP ਨਾਲ ਗਠਬੰਧਨ ਕਰਕੇ ਸਿੱਖ ਕੌਮ ਦੀਆਂ ਜੜ੍ਹਾਂ ਪੁੱਟਣ ਲਈ ਕੀ ਸ਼ੜਯੰਤਰ ਰਚੇ, ਉਸ ਉੱਤੇ ਵੀ ਇੱਕ ਝਾਤ ਮਾਰ ਲਵੋ ਜੀ।
ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਕਬਜ਼ੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਬਜ਼ੇ ਵਿੱਚ, ਦਮਦਮੀ ਟਕਸਾਲ ਕਬਜ਼ੇ ਵਿੱਚ, ਗੁਰਦੁਆਰਾ ਮੰਗੂ ਮਠ ਸਾਹਿਬ ਪੂਰੀ ਉੜੀਸਾ ਕਬਜ਼ੇ ਵਿੱਚ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਬਜ਼ੇ ਵਿੱਚ, ਪੰਥਕ ਮਰਿਆਦਾ ਖਤਮ, ਸ਼੍ਰੋਮਣੀ ਅਕਾਲੀ ਦਲ ਖਤਮ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਉੱਤਰਾਖੰਡ ਖਤਮ, ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਲਾਚੇਨ सिक्किम खत्म, उड़ता पंजाब फिल्म नशा व्यापार शुरू, सौदा साध माफी कांड शुरू, गुरु ग्रंथ साहिब जी की बेअदबी कांड शुरू, गुरु ग्रंथ साहिब जी के स्वरूपां की गुमशुदगी शुरू, किसान अंदोलन शुरू। आरएसएस का एजेंडा कामयाब होने तो बाद 2020 ਵਿੱਚ ਸੱਜੇ ਪੱਕੀ ਬੀਜੇਪੀ ਨੇ ਵੀ ਖੱਬੇ ਪੱਕੀ ਕਾਂਗਰਸ ਵਾਂਗ ਅਖੌਤੀ ਅਕਾਲੀ ਖੋਤਿਆਂ ਦੇ ਢੂਏ ਤੇ ਲੱਤ ਮਾਰ ਕੇ ਇਹਨਾਂ ਨੂੰ ਦਿੱਲੀੋਂ ਬਾਹਰ ਕੱਢਿਆ। ਸਿੱਖ ਸਾਰੀ ਜ਼ਿੰਦਗੀ ਆਰਐਸਐਸ, ਬੀਜੇਪੀ, ਸ਼ਿਵ ਸੈਨਾ, ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਤੇ ਕਾਂਗਰਸ ਨੂੰ ਹੀ ਆਪਣੇ ਉੱਤੇ ਹੁੰਦੇ ਜ਼ੁਲਮ ਦਾ ਜ਼ਿੰਮੇਵਾਰ ਬਣਾ ਕੇ ਕੋਸਦੇ ਰਹੇ, ਪਰ ਆਸਤੀਨ ਦੇ ਸੱਪ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਦੇ ਨਾ ਪਹਿਚਾਨ ਪਾਏ ਤੇ ਅੱਜ 2021 ਵਿੱਚ ਐਸਸੀ, ਐਸਟੀ, ਓਬੀਸੀ, ਜਨਰਲ, ਗਰੀਬ ਤੇ ਪਿਛੜੇ ਸਿੱਖਾਂ ਦਾ ਹੱਕ ਮਾਰ ਕੇ ਮਾਰਨ ਵਾਲੇ ਅਖੌਤੀ ਅਕਾਲੀ ਖੋਤਿਆਂ ਨੇ ਫਿਰ ਸੱਤਾ ਵਿੱਚ ਆਉਣ ਲਈ ਕਿਸਾਨਾਂ, ਮਜ਼ਦੂਰਾਂ ਦੇ ਢੂਏ ਤੇ ਠੁੱਡ ਮਾਰ ਕੇ ਬਹੁਜਨ ਸਮਾਜ ਪਾਰਟੀ ਨਾਲ ਗਠਬੰਧਨ ਕਰ ਲਿਆ ਹੈ। ਬਾਕੀ ਸਾਧ ਸੰਗਤ ਜੀ, ਪੰਜਾਬ ਦੇ ਹਾਲਾਤ ਆਪਦੇ ਸਾਹਮਣੇ ਹਨ। ਅਖੌਤੀ ਅਕਾਲੀ ਖੋਤਿਆਂ ਨੇ ਪਿਛਲੇ 100 ਸਾਲ ਅੰਦਰ ਧਰਮ, ਜਾਤ, ਕਿਰਤ, ਕਿੱਤੇ ਤੇ ਸਿਆਸੀ ਜਥੇਬੰਦੀਆਂ ਦੇ ਨਾਮ ਤੇ ਫੁੱਟ ਪਾ ਕੇ 300 ਕਿਲੋਮੀਟਰ ਲੰਬੇ ਪੰਜਾਬ ਦੇ 100 ਤੋਂ ਵੱਧ ਟੋਟੇ ਕਰ ਦਿੱਤੇ ਹਨ ਤੇ ਸਿੱਖ ਨੂੰ ਸਿੱਖ ਮੂਰੇ ਹੀ ਤਲਵਾਰ ਲੈ ਕੇ ਖੜਾ ਕਰ ਦਿੱਤਾ ਹੈ ਤੇ ਬਾਕੀ ਰਹਿੰਦੇ ਖੁੰਦੇ ਪੰਜਾਬੀਆਂ ਨੂੰ ਇਤਨਾ ਮਜ਼ਲੂਮ, ਮੰਗਤਾ, ਨਸ਼ੇੜੀ ਤੇ ਖੁਦਗਰਜ਼ ਬਣਾ ਦਿੱਤਾ ਹੈ ਕਿ ਉਹ ਪਾਣੀ, ਬੋਲੀ, ਚੰਡੀਗੜ੍ਹ ਛੱਡ ਕੇ ਮਾਤਰ 200 ਯੂਨਿਟ ਮੁਫਤ ਬਿਜਲੀ ਫੂਕਣ ਲਈ ਆਪਣੇ ਈਮਾਨ ਨੂੰ ਝਾੜੂ ਵਾਲੇ ਕੇਜਰੀ ਲਾਲੇ ਦੀ ਹੱਟੀ ਤੇ ਗਿਰਵੀ ਧਰਨ ਲਈ ਆਫਰੇ ਪਏ ਹਨ। ਸਾਧ ਸੰਗਤ ਜੀ, ਗੋਲਕ ਚੋਰੀ ਲਈ ਪੰਥ ਖਾਲਸੇ ਦੀ ਸੇਵਾ ਵਿੱਚੇ ਛੱਡ ਕੇ ਮਾਨਵਤਾ ਦੀ ਸੇਵਾ ਲਈ ਉੱਠ ਖਲੋਤੇ ਅਖੌਤੀ ਅਕਾਲੀ ਖੋਤਿਆਂ ਨੇ ਹੁਣ ਇਹੋ ਕੰਮ ਦਿੱਲੀ ਦੀ ਸਾਧ ਸੰਗਤ ਅੰਦਰ ਆਪਸੀ ਫੁੱਟ ਪਵਾ ਕੇ ਤੇ ਆਪਸ ਵਿੱਚ ਲੜਵਾ ਕੇ ਸ਼ੁਰੂ ਕਰਨਾ ਹੈ ਤੇ ਅਸੀਂ ਇਹਨਾਂ ਦੀ ਚਾਲ ਕਾਮਯਾਬ ਨਹੀਂ ਹੋਣ ਦੇਣੀ ਤੇ ਵਕਤ ਰਹਿੰਦੇ ਇਹਨਾਂ ਨੂੰ ਪੰਥਕ ਖੇਤ ਚੋਂ ਖਦੇੜ ਦੇਣਾ ਹੈ। ਵਕਤ ਦੀ ਨਜ਼ਾਕਤ ਜਾਣ ਕੇ ਸੁਧਾਰ ਲਈ ਸਿਰਫ ਇੱਕ ਮੌਕਾ, ਦਲ ਰਹਿਤ ਚੋਣਾਂ ਲੜਨ ਵਾਲੇ ਕਿਸੇ ਵੀ ਸਿੱਖ ਆਜ਼ਾਦ ਉਮੀਦਵਾਰ ਨੂੰ ਉਸਦੇ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਵੋਟ ਪਾਵੋ ਜੀ। ਸਾਧ ਸੰਗਤ ਜੀ, ਸ਼੍ਰੋਮਣੀ ਅਕਾਲੀ ਦਲ ਆਪਣੇ 100 ਸਾਲ ਦੇ ਇਤਿਹਾਸ ਵਿੱਚ ਭਾਰਤ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੀ ਕੁੱਛੜ ਸ਼ੇਰ ਪੁੱਤਰ ਬਣ ਕੇ ਚੜਿਆ ਤੇ ਖੋਤੇ ਦਾ ਪੁੱਤਰ ਬਣ ਕੇ ਧੱਕੇ ਠੁੱਡੇ ਖਾ ਕੇ ਉਤਰਿਆ ਤੇ ਰਾਧਾ ਸੁਆਮੀਆਂ, ਦਾਸ ਧਰਮੀਆਂ, ਅਖੌਤੀ ਆਰਿਆ ਸਮਾਜੀਆਂ, ਝੂਠੇ ਨਿਰੰਕਾਰੀਆਂ ਤੇ ਝੂਠੇ ਸੌਦੇ ਵਾਲੇ ਡੇਰੇਦਾਰਾਂ ਨਾਲੋਂ ਜ਼ਿਆਦਾ ਖਾਲਸਾ ਪੰਥ ਨੂੰ ਚੂਨਾ ਲਾਇਆ ਤੇ ਅੱਜ ਇਹਨਾਂ ਅਖੌਤੀ ਅਕਾਲੀ ਖੋਤਿਆਂ ਦੀ ਜ਼ਰੂਰਤ ਇੱਥੇ ਤੱਕ ਵੱਧ ਗਈ ਹੈ ਕਿ ਇਹਨਾਂ ਨੇ ਅੱਜ ਗੁਰੂ ਸਾਹਿਬਾਨਾਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਤੇ ਵੀ ਆਪਣਾ ਹੱਥ ਪਾ ਲਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ੀਸ਼ੇ ਸਾਹਮਣੇ ਖੜੇ ਹੋ ਕੇ ਖੁਦ ਨੂੰ ਪਛਾਣੋ ਕਿ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਜਾਂ ਅਖੌਤੀ ਅਕਾਲੀ ਖੋਤਿਆਂ ਮਗਰ ਲੱਗੇ ਹੋਏ ਖੋਤੇ। ਅਸੀਂ ਉਹਨਾਂ ਅਖੌਤੀ ਸਿੱਖ ਲੀਡਰਾਂ ਦੇ ਪਿੱਛੇ ਲੱਗੇ ਹਾਂ ਜਿਹੜੇ ਪਿਛਲੇ 100 ਸਾਲ ਵਿੱਚ ਨਾ ਤਾਂ ਅਨੰਦਪੁਰ ਸਾਹਿਬ ਮਤਾ ਲਾਗੂ ਕਰਵਾ ਪਾਏ, ਨਾ ਸਿੱਖ ਸਥਾਨ ਖਾਲਸਾ ਸਥਾਨ ਬਣਾ ਪਾਏ, ਨਾ ਸਿੱਖਾਂ ਦੀ ਪੱਗ ਤੇ ਕੇਸਾਂ ਦੇ ਹੱਥ ਪਾਉਣ ਵਾਲਿਆਂ ਖਿਲਾਫ ਕੋਈ ਠੋਸ ਕਾਨੂੰਨ ਬਣਵਾ ਪਾਏ, ਨਾ ਛੋਟੀ ਜਿਹੀ ਸਿੱਖ ਕੌਮ ਦੇ ਬੱਚੇ ਨੂੰ ਪੜ੍ਹਾ ਲਿਖਾ ਕੇ ਅਫਸਰ ਬਣਾ ਪਾਏ, ਨਾ ਸਿੱਖੀ ਤੇ ਸਿੱਖਾਂ ਨੂੰ ਕਿਸੇ ਮੁਕਾਮ ਤੇ ਪਹੁੰਚਾ ਪਾਏ ਤੇ ਨਾ ਸਿੱਖ ਕੌਮ ਦੇ ਬਣਦੇ ਹੱਕ ਦਿਵਾ ਪਾਏ। ਫਿਰ ਉਹਨਾਂ ਨੇ ਸਿੱਖੀ ਦਾ ਅਜਿਹਾ ਕਿਹੜਾ ਤਾਜ ਮਹਿਲ, ਲਾਲ ਕਿਲਾ ਉਸਾਰਨਾ ਸੀ ਜਿਸ ਦੀਆਂ ਨੀਹਾਂ ਅੰਦਰ 7 ਲੱਖ ਮਾਸੂਮ ਬੇਦੋਸ਼ੇ ਸਿੰਘਾਂ, ਸਿੰਘੜੀਆਂ ਤੇ ਭਜੰਗੀਆਂ ਦਾ ਸਰਕਾਰੀ ਕਤਲੇਆਮ ਕਰਵਾ ਕੇ ਉਹਨਾਂ ਦੇ ਪਵਿੱਤਰ ਲਹੂ, ਹੱਡ ਮਾਸ ਦੀ ਬਜਰੀ ਮਸਾਲਾ ਬਣਾ ਕੇ ਉਸ ਦੀਆਂ ਨੀਹਾਂ ਭਰਨੀਆਂ ਸਨ। ਤੇ ਜੇਕਰ ਸਰਕਾਰੀ ਕਤਲੇਆਮ ਕਰਵਾ ਕੇ ਮੌਤ ਦੇ ਘਾਟ ਉਤਰਾਉਣ ਦਾ ਮਕਸਦ ਮਾਤਰ ਸਿੱਖਾਂ ਨੂੰ ਆਪਸ ਵਿੱਚ ਧੜੇਬੰਦ ਕਰਕੇ ਲੜਵਾਉਣਾ ਤੇ ਗੋਲਕ ਚੋਰੀ ਕਰਕੇ ਆਪਣੇ ਤੇ ਆਪਣੇ ਚਾਪਲੂਸਾਂ ਦੇ ਖਰਚੇ ਤੇ ਆਪਣੇ ਸਟਾਫ ਦੀਆਂ ਤਨਖਾਹਾਂ ਕਢਵਾਉਣਾ ਸੀ ਤਾਂ ਕੀ ਲੋੜ ਪਈ ਸੀ ਗੁਰਦੁਆਰਾ ਸੰਭਾਲ ਲਹਿਰ ਚਲਾਉਣ ਦੀ? ਕੀ ਲੋੜ ਪਈ ਸੀ ਸ਼੍ਰੋਮਣੀ ਅਕਾਲੀ ਦਲ ਬਣਾਉਣ ਦੀ? ਪਏ ਰਹਿਣ ਦੇਣਾ ਸੀ ਗੁਰਦੁਆਰੇ ਮਹੰਤਾਂ ਕੋਲ ਗੁਲਾਮ। ਘੱਟੋ ਘੱਟ 7 ਲੱਖ ਗੁਰੂ ਕੇ ਲੜ ਲੱਗੀਆਂ ਹੋਈਆਂ ਗੁਰੂ ਪਿਆਰੀਆਂ ਨਿਰਦੋਸ਼ ਬੇਕਸੂਰ ਜ਼ਿੰਦਗੀਆਂ ਤੇ ਮੌਤ ਦੇ ਘਾਟ ਉਤਰਨ ਤੋਂ ਬਚ ਜਾਂਦੀਆਂ। ਅੱਜ ਹਾਲਾਤ ਇਹ ਹਨ ਕਿ ਇਹਨਾਂ ਖੁੱਤੀ ਅਕਾਲੀ ਖੋਤਿਆਂ ਦੀ ਕਰਤੂਤਾਂ ਕਰਕੇ ਬਹੁਤੇ ਸਿੱਖ ਬੱਚੇ ਬਾਣੀ ਤੇ ਬਾਣੇ ਤੋਂ ਦੂਰ ਹੋ ਕੇ ਗੁਰਦੁਆਰਾ ਸਾਹਿਬ ਵਿੱਚ ਜਾਣ ਤੋਂ ਵੀ ਕਤਰਾਉਣ ਲੱਗ ਪਏ ਹਨ ਤੇ ਹੁਣ ਤਾਂ ਅੱਤ ਹੋ ਗਈ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸੋ ਪਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਤੁਸੀਂ ਸਿੱਖਾਂ ਨੂੰ ਕੋਈ ਸ਼ਬਦ ਨਹੀਂ ਸਿਖਾਇਆ, ਤੁਸੀਂ ਸਿੱਖਾਂ ਨੂੰ ਬਸ ਸਬਕ ਸਿਖਾਇਆ ਹੈ। ਬਸ ਆਪਣੀ ਚੌਧਰ ਬਰਕਰਾਰ ਰੱਖਣ ਲਈ ਸਿੱਖਾਂ ਦਾ ਪਵਿੱਤਰ ਲਹੂ ਗਟਰਾਂ ਨਾਲੀਆਂ ਵਿੱਚ ਬਹਾਇਆ ਹੈ। ਤੁਸੀਂ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਫਰ ਕੀਤਾ ਹੈ। ਤੁਸੀਂ ਸਿੱਖਾਂ ਦੇ ਕਾਤਿਲ ਹੋ, ਤੁਹਾਡਾ ਵੀ ਵਿਨਾਸ਼ ਹੋਵੇਗਾ। ਅਕਾਲੀ ਬਾਬਾ ਫੁੱਲਾ ਸਿੰਘ ਨੇ ਤਾਂ ਇੱਕ ਸਿੱਖ ਦੀ ਪੱਗ ਅੰਗਰੇਜ਼ਾਂ ਹੱਥੋਂ ਉਤਰਨ ਤੇ ਪੂਰੀ ਦੀ ਪੂਰੀ ਬ੍ਰਿਟਿਸ਼ ਆਰਮੀ ਦੀ ਬਟਾਲੀਅਨ ਹੀ ਮਾਰ ਮੁਕਾ ਕੇ ਸਾਫ਼ ਕਰਤੀ ਸੀ ਤੇ ਤੁਸੀਂ 7 ਲੱਖ ਬੇਦੋਸ਼ੇ ਸਿੱਖਾਂ ਦੇ ਸਿਰ ਲੁਹਾ ਕੇ ਆਪਣੀ ਉਂਗਲੀ ਦਾ ਇੱਕ ਨਖੂਨ ਵੀ ਨਹੀਂ ਕਟਾਇਆ।
ਤੁਸੀਂ ਅਕਾਲੀ ਨਹੀਂ, ਅਖੌਤੀ ਅਕਾਲੀ ਖੋਤੇ ਹੋ, ਜਿਸਨੇ ਖਲ ਤਾਂ ਅਕਾਲੀ ਸ਼ੇਰ ਦੀ ਪਾਈ ਹੋਈ ਹੈ ਤੇ ਖਾਂਦਾ ਕੁਰਸੀ ਤੇ ਰਿਸ਼ਵਤ ਦੀ ਘਾਸ ਹੈ ਤੇ ਪੀਂਦਾ ਬੇਦੋਸ਼ੇ ਸਿੱਖਾਂ ਦਾ ਲਹੂ ਹੈ। ਹੁਣ ਪਾਪ ਦਾ ਘੜਾ ਭਰ ਗਿਆ ਹੈ। ਸਾਡੀਆਂ ਕੌਮੀ ਵਿਰਾਸਤਾਂ ਅਕਾਲ ਤਖਤ ਸਾਹਿਬ, ਦਮਦਮੀ ਟਕਸਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਬੰਦੀ ਲਹਿਰ, ਸ਼੍ਰੋਮਣੀ ਅਕਾਲੀ ਸ਼ਹੀਦਾਂ, ਸਿੱਖ ਕੌਮ ਨੂੰ ਵਾਪਿਸ ਕਰੋ, ਨਹੀਂ ਤਾਂ ਖਾਲਸਾ ਪੰਥ ਤੁਹਾਡਾ ਉਹੀ ਹਸ਼ਰ ਕਰੂਗਾ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸੰਦਾ ਦਾ ਕੀਤਾ ਸੀ। ਸਾਧ ਸੰਗਤ ਜੀ, ਚਾਹੇ ਇਹ ਸਿੱਖ ਲੀਡਰ ਅਖੌਤੀ ਅਕਾਲੀ ਖੋਤੇ ਬਾਦਲ ਦੇ ਹੋਣ ਜਾਂ ਸਿਰਸੇ ਦੇ ਹੋਣ ਜਾਂ ਜਾਗੋ ਪਾਰਟੀ ਵਾਲੇ ਜੀਕੇ ਦੇ ਹੋਣ, ਸਾਰੇ ਦੇ ਸਾਰੇ ਇੱਕੋ ਤਬੇਲੇ ਦੇ ਰਿਸ਼ਵਤ ਤੇ ਕੁਰਸੀ ਦੀ ਘਾਸ ਖਾਣ ਵਾਲੇ ਖੋਤੇ ਹਨ ਤੇ ਨਾਮ ਕੇ ਦਾਤੇ ਬਚਨ ਕੇ ਸੂਰੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗਰੀਬ ਤੇ ਪਿਛੜੇ ਸਿੱਖਾਂ ਨੂੰ, ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ ਜੋ ਯਾਦ ਕਰੇ ਹਮਰੀ ਗੁਰੂਆਈ ਦੇ ਦਿੱਤੇ ਬਚਨ ਉੱਤੇ ਟੰਗ ਚੁੱਕੇ ਪਿਸ਼ਾਬ ਕਰਨ ਵਾਲੇ ਕੁੱਤੇ ਹਨ, ਜਿਹੜੇ ਇਤਨੇ ਅਕਿਰਤਕਣ ਹਨ ਕਿ ਖੁਦ ਤਾਂ ਆਪਣੇ ਹਿੱਸੇ ਦਾ ਦਸੰਬਰ ਗੁਰੂ ਕੀ ਗੋਲਕ ਵਿੱਚ ਕੀ ਪਾਣਾ, ਉੱਪਰ ਤੋਂ ਗੁਰੂ ਕੇ ਨਾਮ ਤੇ ਪੈਣ ਵਾਲੀ ਚੜਤ ਵਿੱਚ ਗੁਰੂ का अपना निकलता दसंबर भी उनके गरीब ਤੇ ਪਛੜੇ ਸਿੱਖ ਪਰਿਵਾਰਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਵਾਉਣ ਲਈ ਖਰਚਣ ਨੂੰ ਕਤਈ ਰਾਜੀ ਨਹੀਂ। ਸਾਧ ਸੰਗਤ ਜੀ, ਪੰਜਾਬੀ ਦੀ ਕਹਾਵਤ ਹੈਗੀ, ਜਿਹੋ ਜੀਆਂ ਜੜਾਂ ਤਿਹੋ ਜਿਹੇ ਫਲ ਪੱਤੇ ਟਾਹਣੀਆਂ। ਤਾਂ ਤੇ ਅਖੌਤੀ ਅਕਾਲੀ ਖੋਤਿਆਂ ਦੇ ਕਾਲੇ ਕਾਰਨਾਮਿਆਂ ਤੇ ਕਰਤੂਤਾਂ ਤੋਂ ਪ੍ਰਭਾਵਿਤ ਹੋ ਕੇ ਗਲੀ ਮੁਹੱਲੇ ਤੇ ਕਲੋਨੀਆਂ ਦੇ ਗੁਰਦੁਆਰਿਆਂ ਦੇ ਬੇਤਰਤੀਬੇ ਢੰਗ ਨਾਲ ਕੰਮ ਕਰਨ ਵਾਲੇ ਪ੍ਰਬੰਧਕ, ਜਿਨ੍ਹਾਂ ਦੀ ਆਪਣੀ ਧਰਮ ਪਤਨੀਆਂ ਦੀਆਂ ਝਿੜਕਾਂ ਸੁਣ ਕੇ ਹੀ ਪਤਲੂਨਾਂ ਗਿੱਲੀਆਂ ਹੋ ਜਾਂਦੀਆਂ ਹਨ, ਉਹ ਵੀ ਇਹਨਾਂ ਅਖੌਤੀ ਅਕਾਲੀ ਖੋਤਿਆਂ ਵਾਂਗ ਗੁਰੂ ਤੋਂ ਭੈ ਮੁਕਤ ਹੋ ਕੇ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਮਸਲਿਆਂ ਨੂੰ ਆਪਣੇ ਭਾਈਏ ਦੀ ਜੱਦੀ ਜ਼ਮੀਨ ਜਾਇਦਾਦ ਦੀ ਵੰਡ ਦੀ ਲੜਾਈ ਬਣਾ ਕੇ ਇੱਕ ਦੂਜੇ ਤੇ ਮੁਕੱਦਮਾ ਠੋਕ ਕੇ ਝੂਠੀ ਕੋਰਟ ਕਚਹਿਰੀਆਂ ਵਿੱਚ ਘੜੀਸਣ ਤੋਂ ਰੱਤਾ ਵੀ ਨਹੀਂ ਸੰਕੋਚਦੇ ਤੇ ਇਤਨੇ ਅੜੀਅਲ, ਢੀਠ, ਗੋਲਕ ਚੋਰ, ਕਬਜ਼ਾਧਾਰੀ ਤੇ ਭ੍ਰਿਸ਼ਟਾਚਾਰੀ ਬਣ ਗਏ ਹਨ ਕਿ ਇਹਨਾਂ ਨੂੰ ਸੁਧਾਰਨਾ ਹੁਣ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਬਣ ਗਿਆ ਹੈ। ਸਾਧ ਸੰਗਤ ਜੀ, ਸ਼੍ਰੋਮਣੀ ਅਕਾਲੀ ਦਲ ਨੂੰ ਗੁਰੂ ਸਾਹਿਬਾਨਾਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਕੇ ਅਖੌਤੀ ਅਕਾਲੀ ਪ੍ਰਬੰਧਕ ਖੋਤਿਆਂ ਦੁਆਰਾ ਭਵਿੱਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹੀ ਦੇਹਧਾਰੀ ਗੁਰੂ ਥਾਪ ਕੇ ਗੁਰਤਾ ਗੁਰਗੱਦੀ ਸਥਾਪਿਤ ਕਰਨ ਦੀ ਸਾਜ਼ਿਸ਼ ਦਾ ਭਾਂਡਾਫੋੜ ਉੱਪਰ ਦਿਖਾਏ ਗਏ ਵੀਡੀਓ ਰਾਹੀਂ ਮੈਂ ਜਗ ਜ਼ਾਹਿਰ ਕਰ ਦਿੱਤਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤਿਆਂ ਵੱਲੋਂ ਹਕੂਮਤਾਂ ਨਾਲ ਹੱਥ ਮਿਲਾ ਕੇ ਪੰਥ ਅਤੇ ਗ੍ਰੰਥ ਨੂੰ ਉਜਾੜਨ ਲਈ ਤਿਆਰ ਕੀਤੇ ਗੁਰਦੁਆਰਾ ਐਕਟ 1925 ਤੇ 1971 ਦੇ ਸਰਕਾਰੀ ਕਾਗਜ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਾਨਤਾ 0.1 ਹੈ ਤੇ ਇਹ ਐਕਟ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤੇ ਪ੍ਰਬੰਧਕਾਂ ਨੂੰ ਗੁਰੂ ਗੋਲਕ ਨਾਥ ਦਾ ਚੇਲਾ ਦੱਸ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿੱਖਾਂ ਦੇ ਮੁੱਢਲੇ ਗੁਰੂ ਵਜੋਂ ਕਿਧਰੇ ਵੀ ਮਾਨਤਾ ਪ੍ਰਦਾਨ ਨਹੀਂ ਕਰਦਾ ਤੇ ਚੌਵਰ ਤਖਤ ਦੇ ਮਾਲਿਕ ਨਾਮ ਕੇ ਬੋਹਿਤ ਸ਼ਬਦ ਲਗਾਉਣਹਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮਾਤਰ ਇੱਕ ਰੈਫਰੈਂਸ ਬੁੱਕ ਤੋਂ ਵੱਧ ਹੋਰ ਕੁਝ ਨਹੀਂ ਜਾਣਦਾ ਤੇ ਨਾ ਹੀ ਇਹਨਾਂ ਅਖੌਤੀ ਅਕਾਲੀ ਖੋਤੇ ਪ੍ਰਬੰਧਕਾਂ ਕੋਲੋਂ ਗੁਰਦੁਆਰਿਆਂ ਵਿੱਚ ਵਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼, ਸੁਖਾਸਨ, ਅਦਬ ਸਤਿਕਾਰ ਤੇ ਸੁਰੱਖਿਆ ਦਾ ਕੋਈ ਵਚਨ ਲੈਂਦਾ ਹੈ ਤੇ ਜਿਸ ਦਾ ਜਿੰਦਾ ਜਾਗਦਾ ਸਬੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪਾਂ ਦੀ ਬੇਅਦਬੀ ਤੇ ਗੁੰਮਸ਼ੁਦਗੀ ਉੱਤੇ SGPC ਬਨਾਮ ਸ਼੍ਰੋਮਣੀ ਅਕਾਲੀ ਦਲ ਦੀ ਧਾਰੀ ਚੁੱਪੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਇਸ ਤੋਂ ਪੈਦਾ ਹੋਏ ਝੂਠੇ ਮਕਾਰ ਫਰੇਬੀ ਟਿੱਡੀ ਦਲ ਬਨਾਮ ਬਾਦਲ ਦਲ, ਜਾਗੋ ਦਲ, ਪੰਥਕ ਸੇਵਾ ਦਲ, ਸਦਭਾਵਨਾ ਦਲ ਆਦਿ ਸਾਰੇ ਦਲਾਂ ਦੇ ਖਿਲਾਫ ਖੜਿਆ ਪੰਥ ਖਾਲਸਾ ਨਦੀ ਦੇ ਕਿਨਾਰੇ ਹਨ, ਨਦੀ ਦੇ ਦੋ ਕਿਨਾਰੇ ਹਨ ਜਿਹੜੇ ਕਦੇ ਵੀ ਇੱਕ ਨਹੀਂ ਹੋ ਸਕਦੇ, ਕਿਉਂਕਿ ਅਖੌਤੀ ਅਕਾਲੀ ਖੋਤੇ ਦੇ ਟਿੱਡੀ ਦਲਾਂ ਨੇ ਗੁਰਦੁਆਰਾ ਐਕਟ ਦੇਖ ਕੇ ਚੱਲਣਾ ਹੈ ਤੇ ਪੰਥ ਖਾਲਸਾ ਨੇ ਗੁਰਦੁਆਰੇ ਅੰਦਰ ਵਿਰਾਜਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਰਿਸਪੈਕਟ ਦੇਖ ਕੇ ਚੱਲਣਾ ਹੈ। ਪੰਥ ਦੇ ਗ੍ਰੰਥ ਨੂੰ ਪੀਸ ਕੇ ਆਪਣੇ ਵਿੱਚ ਰਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤਿਆਂ ਦੇ ਪ੍ਰਧਾਨ ਨੇ ਸਿੱਖ ਵਿਰਾਸਤਾਂ, ਦਮਦਮੀ ਟਕਸਾਲ, ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਸੈਂਕੜੋਂ ਹੀ ਗੁਰਦੁਆਰਿਆਂ ਨੂੰ ਪਹਿਲਾਂ ਹੀ ਆਪਣੇ ਖੁਰਾਂ ਵਿੱਚ ਨਾਲ ਬਣਾ ਕੇ ਠੋਕ ਰੱਖਿਆ ਹੈ ਤੇ ਇਸ ਦਾ ਅਖੀਰਲਾ ਨਿਸ਼ਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਫਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਤਾ ਗੁਰਗੱਦੀ ਦਾ ਦਾਵਾ ਠੋਕਣਾ ਹੈ ਤੇ ਜਿਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਬੈਠ ਕੇ PTC ਜਾਂ ਦੂਜੇ ਨਿਊਜ਼ ਚੈਨਲਾਂ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਹੁਕਮਨਾਮੇ ਪੜ੍ਹ ਕੇ ਸੁਣਾਉਣੇ ਸ਼ੁਰੂ ਕੀਤੇ ਤੇ ਉਸ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਅਕਾਲੀ ਖੋਤਿਆਂ ਨੇ ਇਸ ਨੂੰ ਆਪਣਾ ਦੇਹਧਾਰੀ ਗੁਰੂ ਥਾਪ ਕੇ ਸਿੱਖ ਕੌਮ ਤੋਂ ਇਸ ਨੂੰ ਮੱਥੇ ਟਿਕਾਉਣੇ ਸ਼ੁਰੂ ਕਰ ਦੇਣੇ ਹਨ ਤੇ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਨੂੰ ਇਦਾਂ ਗੁਰਦੁਆਰਿਆਂ ਤੋਂ ਬਾਹਰ ਦਾ ਰਸਤਾ ਦਿਖਾ ਦੇਣਾ ਹੈ ਜਿੱਦਾਂ ਕਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਰਮੰਦਰ ਸਾਹਿਬ ਤੇ ਕਾਬਜ ਮਹੰਤਾਂ ਨੇ ਦਿਖਾਇਆ ਸੀ। ਸਾਧ ਸੰਗਤ ਜੀ, ਇਹਨਾਂ ਘੁਟਾਲੇਬਾਜ਼ ਅਸਿੱਖ ਪਖੰਡੀ ਧਾੜਵੀਆਂ ਦੇ ਟੋਲੇ ਸ਼੍ਰੋਮਣੀ ਅਕਾਲੀ ਦਲ ਤੇ ਇਸ ਤੋਂ ਪੈਦਾ ਹੋਏ ਟਿੱਡੀ ਦਲ ਨੂੰ ਗੁਰਦੁਆਰਿਆਂ ਵਿੱਚ ਵਾੜਨ ਦਾ ਮਤਲਬ ਹੈ ਆਪਣੇ ਹੱਥੀ ਆਪਣੀ ਆਉਣ ਵਾਲੀ ਪੀੜ੍ਹੀ ਪਨੀਰੀ ਦੇ ਹੋਣ ਵਾਲੇ ਸਰਕਾਰੀ ਕਤਲੇਆਮ ਦੇ ਫੁਰਮਾਨ ਤੇ ਮੋਹਰ ਲਾ ਕੇ ਮਨਜ਼ੂਰੀ ਦੇਣਾ ਤਾਂ ਤੇ ਇਸ ਤੋਂ ਪਹਿਲਾਂ ਇਹ ਗ੍ਰੰਥ ਪੰਥ ਨੂੰ ਪਾੜ ਕੇ ਆਪਣੇ ਸੌੜੇ ਮਨਸੂਬਿਆਂ ਵਿੱਚ ਕਾਮਯਾਬ ਹੋਣ। ਆਓ ਗੁਰੂ ਕੇ 5 ਜਕਾਰੇ ਗਜਾ ਕੇ ਸ਼੍ਰੋਮਣੀ ਅਕਾਲੀ ਦਲ ਤੇ ਇਸ ਤੋਂ ਪੈਦਾ ਹੋਏ ਕਿਸੇ ਵੀ
टिड्डी दल के अखौती अकाली खोतिਆਂ ਨੂੰ ਧੱਕੇ ਮਾਰ ਕੇ ਬਾਬੇ ਨਾਨਕ ਦੀ ਖਿੜੀ ਫੁਲਵਾੜੀ ਪੰਥਕ ਖੇਤ ਚੋਂ ਬਾਹਰ ਖਦੇੜ ਦਈਏ। ਗੱਜ ਵੱਜ ਕੇ ਜਕਾਰਾ ਬਜਾਓ ਜੀ। ਸਾਧ ਸੰਗਤ ਜੀ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਦਿੱਲੀ ਵਿੱਚ ਵਸਦਾ ਇੱਕ ਆਮ ਗਰੀਬ ਮਜ਼ਦੂਰ ਸਿੱਖ ਲੇਬਰ ਹਾਂ, ਪਰ ਅਖੌਤੀ ਮਜਬੂਰ ਸਿੱਖ ਲੀਡਰ ਨਹੀਂ। ਮੈਂ ਆਪਣੇ ਕਰਮ ਤੇ ਧਰਮ ਪ੍ਰਤੀ ਪੂਰਾ ਸੁਚੇਤ ਹਾਂ, ਕਿਉਂਕਿ ਮੈਂ ਦਿੱਲੀ ਦੇ ਸਮੁੱਚੇ ਧਰਮ ਤੋਂ ਰਾਜਨੀਤੀ ਵੱਲ ਮੂੰਹ ਚੁੱਕ ਤੁਰੇ ਸਿਰ ਕੱਢ ਅਖੌਤੀ ਪੰਥਕ ਪਾਰਟੀਆਂ ਦੇ ਲੀਡਰਾਂ ਨੂੰ ਗੁਰੂ ਸਾਹਿਬ ਤੇ ਗੁਰੂ ਕੀ ਗੋਲਕ ਸਾਂਝੀ ਹੋਣ ਦੇ ਕਰਕੇ ਸਿੱਖਾਂ ਦੇ ਭਲੇ ਦੀ ਗੱਲ ਤਿੱਖੀ ਕਲਮ ਜ਼ੁਬਾਨ ਤੇ WhatsApp ਮੈਸੇਜ ਰਾਹੀਂ ਸਮਝਾ ਕੇ ਵਾਪਸ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਦਿੱਲੀ ਦੀ ਸਿੱਖ ਸੰਗਤਾਂ ਨੂੰ ਤਾਂ ਮੇਰੀ ਗੱਲ ਸਮਝ ਆ ਗਈ, ਪਰ ਇਹਨਾਂ ਢੀਠ ਜਿੱਦੀ ਅੜੀਅਲ ਅਖੌਤੀ ਪੰਥਕ ਲੀਡਰਾਂ ਨੂੰ ਮੇਰੀ ਗੱਲ ਸਮਝ ਨਹੀਂ ਆਈ। ਗੁਰੂ ਜੀ ਫਰਮਾਉਂਦੇ ਹਨ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੌਲ ਕਚੋਲਾ। ਪਰ ਇਹਨਾਂ ਸਭ ਨਾਲ ਗੱਲ ਕਰਕੇ ਮੈਨੂੰ ਇੱਕ ਗੱਲ ਸਮਝ ਆ ਗਈ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਇਸ ਕਰਕੇ ਸਿੱਖ ਕੌਮ ਨੂੰ ਅੱਜ ਦੇ ਕੌਮੀ ਹਾਲਾਤਾਂ ਨੂੰ ਮੁੱਖ ਰੱਖ ਕੇ ਦਿੱਲੀ ਦੀ ਸਿੱਖ ਸੰਗਤ ਨੂੰ ਅਜੇ ਗੋਲਕ ਚੋਰ ਢੀਠ ਤੇ ਮਨਮੌਜੀ ਸਿੱਖ ਲੀਡਰ ਬਨਾਮ ਅਖੌਤੀ ਅਕਾਲੀ ਖੋਤਿਆਂ ਦੀ ਕੋਈ ਲੋੜ ਨਹੀਂ, ਜਿਨ੍ਹਾਂ ਦੀ ਆਪਣੀਆਂ ਕਰਤੂਤਾਂ ਪ੍ਰਤੀ ਸੰਗਤ ਸਨਮੁਖ ਕੋਈ ਜਵਾਬਦੇਹੀ ਨਹੀਂ ਹੈ। ਤਾਂ ਤੇ ਮੈਂ ਗੁਰੂ ਕਿਰਪਾ ਨਾਲ ਨਿਭਾਓ ਤੇ ਅਡੋਲ ਹਾਂ ਤੇ ਆਪਣੇ ਵਚਨ ਦਾ ਪੱਕਾ ਹਾਂ। ਮੈਂ ਜੋ ਕਿਹਾ ਸੀ ਸੋ ਕੀਤਾ, ਜੋ ਕਹਿ ਰਿਹਾ ਸੋ ਕਰ ਰਿਹਾ ਹੈ ਤੇ ਅੱਗੇ ਜੋ ਕਹੂੰਗਾ ਸੋ ਕਰੂੰਗਾ। ਅੰਤ ਗਰੀਬ ਜ਼ਰੂਰਤਮੰਦ ਤੇ ਪਛੜੇ ਸਿੱਖ ਸਮਾਜ ਦੀ ਪਿੱਠ ਵਿੱਚ ਛੁਰੀ ਤੇ ਅਖੌਤੀ ਪੰਥਕ ਲੀਡਰ ਟੋਲੇ ਦੇ ਮੂੰਹ ਵਿੱਚ ਹਲਵਾ ਪੂਰੀ ਨੂੰ ਹੋਰ ਅੱਗੇ ਧੱਕਣ ਨਹੀਂ ਦਿੱਤਾ ਜਾਵੇਗਾ। ਇਸ ਲਈ ਮੈਂ ਜਸਪਾਲ ਸਿੰਘ ਵਾਸੀ ਗੋਬਿੰਦਪੁਰੀ ਐਕਸਟੈਂਸ਼ਨ ਕਾਲਕਾ ਜੀ ਨਵੀਂ ਦਿੱਲੀ, ਪੁੱਤਰ ਜਗਦੀਸ਼ ਸਿੰਘ ਕੋਟਲੀ ਪਿੰਡ ਚਮਕੌਰ ਸਾਹਿਬ ਰੋਪੜ, ਪੜਪੋਤਾ ਬਾਬਾ ਇੰਦਰ ਸਿੰਘ ਕੂਕਰ ਨਾਮਧਾਰੀ ਸ਼ਹੀਦਾਂ ਲਹਿਰ, ਪੂਰੇ ਹੋਸ਼ੋ ਆਵਾਜ਼ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਰਹੀ ਸਮੂਹ ਦਲ ਤੇ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਹ ਚੇਤਾਵਨੀ ਦੇ ਰਿਹਾ ਹਾਂ ਕਿ ਆਉਣ ਵਾਲੀ 2021 ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਜੇਕਰ ਗੁਰੂ ਕੀ ਗੋਲਕ ਦੇ ਕੁੱਲ ਬਜਟ ਦਾ 10% ਹਿੱਸਾ ਗੁਰੂ ਕੇ ਗਰੀਬ ਤੇ ਪਛੜੇ ਸਿੱਖ ਸਮਾਜ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਖਰਚ ਕਰਨ ਤੇ ਗੁਰੂ ਘਰਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ 10,000 ਰੁਪਏ ਤੋਂ ਉੱਪਰ ਸਮਾਨ ਦੀ ਖਰੀਦੋ ਫਰੋਖਤ ਟੈਂਡਰਿੰਗ ਰਾਹੀਂ ਸ਼ੁਰੂ ਕਰਨ ਤੇ ਵਿੱਤੀ ਲੈਣ ਦੇਣ ਤੇ ਸਟਾਫ ਭਰਤੀ ਲਈ ਪਾਰਦਰਸ਼ੀ ਸਾਂਝੀ ਨਿਗਰਾਨੀ ਕਮੇਟੀ ਬਣਾਉਣ, ਤਾਂ ਜੋ ਘੁਟਾਲੇ ਪੜਤਾਲ ਤੇ ਕਮੇਟੀ ਨੂੰ ਦੰਡਿਤ ਤੇ ਮੁਅੱਤਲ ਗੁਰਦੁਆਰੇ ਅੰਦਰ ਸਾਧ ਸੰਗਤ ਦੀ ਹਜ਼ੂਰੀ ਵਿੱਚ ਹੀ ਕਰਕੇ ਗੁਰੂ ਸਾਹਿਬ ਦੇ ਹੁਕਮ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ ਦੇ ਮੁੱਖ ਵਾਕ ਤੇ ਪਹਿਰਾ ਦਿੱਤਾ ਜਾ ਸਕੇ ਤੇ ਦਿੱਲੀ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਪਗੜੀ ਬਚਾਓ ਕਾਨੂੰਨ ਬਣਾਉਣ ਲਈ ਪੰਥਕ ਮੁਹਿੰਮ ਛੇੜਨ ਦੇ ਵਚਨ ਸਹੀ ਦਿੱਤਾ ਹਲਫਨਾਮਾ ਦਿੱਲੀ ਦੀ ਸਿੱਖ ਸੰਗਤ ਵਿੱਚ ਜਾਰੀ ਕੀਤੇ ਬਗੈਰ ਜੇ ਕਿਸੇ ਵੀ ਪਾਰਟੀ ਦੇ ਅਹੁਦੇਦਾਰ ਨੇ ਪ੍ਰਧਾਨ ਤੇ ਸੈਕਟਰੀ ਦੀ ਕੁਰਸੀ ਤੇ ਬੈਠਣ ਦੀ ਜਲਦਬਾਜ਼ੀ ਕੀਤੀ ਤਾਂ ਮੈਂ ਇਸ ਵਾਰੀ ਦਿੱਲੀ ਦੇ ਸਿੱਖਾਂ ਦੀ ਹਿੱਕ ਤੇ ਚੜ ਕੇ ਬੈਠਣ ਵਾਲੇ ਦੋਨਾਂ ਅਖੌਤੀ ਪੰਥਕ ਖੋਤੇ ਲੀਡਰਾਂ ਦਾ ਮੂੰਹ ਕਾਲਾ ਕਰਕੇ ਤੇ ਜੁੱਤੀਆਂ ਦੇ ਹਾਰ ਉਹਨਾਂ ਦੇ ਗਲ ਵਿੱਚ ਪਾ ਕੇ ਉਹਨਾਂ ਦਾ ਸਵਾਗਤ ਕਰੂੰਗਾ, ਕਿਉਂਕਿ ਬਿਨਾਂ ਹਲਫਨਾਮੇ ਤੋਂ ਇਹ ਅਖੌਤੀ ਪੰਥਕ ਲੀਡਰਾਂ ਦਾ ਟੋਲਾ ਗੁਰਦੁਆਰੇ ਵਿੱਚ ਗੁਰੂ ਕਾ ਸ਼ਰਨ ਦਾ ਢੋਰ ਬਣ ਕੇ ਨਹੀਂ, ਬਲਕਿ ਗੁਰੂ ਕੀ ਗੋਲਕ ਨੂੰ ਸਹਿਣ ਲਗਾਉਣ ਵਾਲਾ ਸ਼੍ਰੀਮਾਨ 420 ਚਰਨਦਾਸ ਗੋਲਕ ਚੋਰ ਬਣ ਕੇ ਆਇਆ ਹੈ। ਤੇ ਮੇਰੇ ਨਾਲ ਸਾਧ ਸੰਗਤ ਨੇ ਵੀ ਇਹਨਾਂ ਦਾ ਇਦਾਂ ਦਾ ਹੀ ਜ਼ੋਰਦਾਰ ਸਵਾਗਤ ਕਰਨਾ ਹੈ ਕਿ ਇਹਨਾਂ ਦੀ ਆਉਣ ਵਾਲੀਆਂ ਨਸਲਾਂ ਵੀ ਸੁਪਨੇ ਵਿੱਚ ਗੁਰੂ ਘਰ ਦਾ ਮੰਦਾ ਸੋਚਣ ਲੱਗੇ, ਦਹਿਲ ਜਾਵਣ, ਸਹਿਮ ਜਾਵਣ, ਕੰਬ ਜਾਵਣ, ਤੌਬਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।